ਪੀਟੀਸੀ ਦੇ ਕੋਲ ਇਹੋ ਜਿਹਾ ਜ਼ਬਰਦਸਤ ਤਰੀਕੇ ਨਾਲ ਹੱਕ ਦਿੱਤੇ ਗਏ ਕਿ ਪਹਿਲਾਂ ਇੱਕ ਹੋਰ ਚੈਨਲ ਦੇ ਕੋਲ ਹੁੰਦੇ ਸੀ, ਉਸ ਨੂੰ ਈਟੀਸੀ ਆਖਿਆ ਜਾਂਦਾ ਸੀ ਜੀ, ਤੇ ਫਿਰ ਈ ਹਟ ਗਿਆ ਤੇ ਉਸ ਦੀ ਜਗ੍ਹਾ ਤੇ ਪੀ ਲੱਗ ਗਿਆ। ਫਿਰ ਕਿਸੇ ਸਿਆਣੇ ਦੀ ਅਕਲ ਕੰਮ ਕੀਤੀ ਕਿ ਘੱਟੋ ਘੱਟ ਇੱਥੋਂ ਤਾਂ ਭਾਈ ਇਹਨਾਂ ਨੂੰ ਹਟਾਓ, ਇੱਥੇ ਐਡਵਰਟਾਈਜ਼ਮੈਂਟ ਨਹੀਂ ਕੀਤੀ ਜਾ ਸਕਦੀ। ਹੁਣ ਉਸ ਦਾ ਪ੍ਰਸਾਰਣ ਜਿਹੜਾ ਹੈ ਉਹ ਇੱਕ ਹਲਕੇ ਪੱਧਰ ਦਾ ਹੋਵੇ ਪ੍ਰਸਾਰਣ, ਉਹ ਪੀਟੀਸੀ ਕੋਲ ਸਾਰੇ ਅਧਿਕਾਰ ਨੇ। ਪੀਟੀਸੀ ਸ਼੍ਰੋਮਣੀ ਕਮੇਟੀ ਨੂੰ ਇਸ ਦੇ ਵਿੱਚ ਕੀ ਦਿੰਦਾ ਹੈ, ਕੀ ਯੋਗਦਾਨ ਪਾਉਂਦਾ, ਇਸ ਬਾਰੇ ਕੋਈ ਟਰਾਂਸਪੇਰੈਂਸੀ ਜਿਹੜੀ ਅੱਜ ਤੱਕ ਜਿਹੜੀ ਆ ਉਹ ਦੱਸੀ ਨਹੀਂ ਗਈ। ਨੈਂਸੀ ਘੁੰਮਣ ਤੇ ਭੁਪਿੰਦਰ ਸਿੰਘ ਨਾਂ ਦਾ ਜਿਹੜਾ ਵਿਅਕਤੀ ਹੈ ਜੀ, ਉਹਨਾਂ ਦੇ ਨਾਮ ਤੋਂ ਬਿਲਕੁਲ ਕੋਰਾ ਇਨਕਾਰ ਪੀਟੀਸੀ ਦੇ ਮੈਨੇਜਿੰਗ ਡਾਇਰੈਕਟਰ ਨੇ ਕੁਝ ਹੋਰ ਚੈਨਲਾਂ ਦੇ ਉੱਪਰ ਬੈਠ ਕੇ ਜਿਹੜਾ ਸੀ ਕਰ ਦਿੱਤਾ ਕਿ ਅਸੀਂ ਇਹਨਾਂ ਨੂੰ ਜਾਣਦੇ ਤੱਕ ਨਹੀਂ ਜੀ, ਜਦ ਕਿ ਉਹ ਕਰਤਾ ਧਰਤਾ ਦੱਸੇ ਜਾਂਦੇ ਨੇ ਉਸ ਪੀਟੀਸੀ ਪੰਜਾਬਣ ਮੁਕਾਬਲੇ ਦੇ। ਕੋਈ ਸ਼ੱਕ ਨਹੀਂ ਹੈ ਕਿ ਇਹ ਜਿਹੜਾ ਚੈਨਲ ਹੈ ਇਹ ਇਸ ਦੇ ਉੱਪਰ ਪ੍ਰਕਾਸ਼ ਸਿੰਘ ਬਾਦਲ ਤੇ ਅਕਾਲੀ ਦਲ ਦੀ ਜਿਹੜੀ ਹੈ ਇੱਕ ਉਹਨਾਂ ਦਾ ਮੈਜੋਰਿਟੀ ਤੇ ਉਹਨਾਂ ਦਾ ਕੰਟਰੋਲ ਜਿਹੜਾ ਰਿਹਾ ਤੇ ਇਸ ਦੇ ਨਾਲ ਜੁੜੀ ਹੋਈ ਸਮੱਗਰੀ ਤੇ ਸਾਰਾ ਕੁਝ ਜਿਹੜਾ ਹੈ ਹੁਣ ਪੂਰੀ ਤਰ੍ਹਾਂ ਸ਼ੱਕ ਦੇ ਘੇਰੇ ਦੇ ਵਿੱਚ ਜਿਹੜਾ ਆ ਗਿਆ। ਕੇਬਲ ਜਾਂ ਡੀਟੀਐਚ ਦਾ ਪਲੇਟਫਾਰਮ ਉਸ ਤੇ ਪੀਟੀਸੀ ਮੌਜੂਦ ਹੈ ਜੀ। ਹੁਣ ਕੀ ਸ਼੍ਰੋਮਣੀ ਕਮੇਟੀ ਜੇ ਆਪਣਾ ਚੈਨਲ ਬਣਾਉਣ ਦਾ ਫੈਸਲਾ ਕਰ ਲੈਂਦੀ ਹੈ ਤੇ ਕੀ ਉਹ ਇਸ ਪਲੇਟਫਾਰਮ ਤੇ ਉਸ ਨੂੰ ਮੌਜੂਦ ਹੋਣ ਲਈ ਸਰਕਾਰ ਪਰਮਿਸ਼ਨ ਦੇਵੇਗੀ? ਇਹ ਹੁਣ ਦੇਖਣਾ ਪਏਗਾ। ਜੇਲ੍ਹ ਪ੍ਰਸ਼ਾਸਨ ਤੋਂ ਉਹਨਾਂ ਨੇ ਜਿਹੜੇ ਸੀ ਉਹ ਸਬੂਤ ਵਗੈਰਾ ਮੰਗੇ ਕਿ ਤੁਸੀਂ ਦੱਸੋ ਇਸ ਬਾਰੇ ਕੀ ਆਖਦੇ ਹੋ ਜੀ, ਤੇ ਜੇਲ੍ਹ ਵਾਰਡਨ ਸਾਹਿਬ ਨੇ ਕਹਿ ਦਿੱਤਾ ਕਿ ਜੇ ਉਹਨਾਂ ਨੂੰ ਕੋਈ ਖਤਰਾ ਨਹੀਂ ਹੈ ਇੱਥੇ ਕਿਸੇ ਕਿਸਮ ਦੀ, ਤੇ ਜੇ ਉਹਨਾਂ ਨੂੰ ਲੱਗਦਾ ਤੇ ਮੈਂ ਕੁਰਸੀ ਢਾ ਕੇ ਉਹਨਾਂ ਦੀ ਬੈਰਕ ਦੇ ਬਾਹਰ ਜਿਹੜਾ ਬੈਠ ਜਾਂਦਾ ਤੇ ਮੈਂ ਫਿਰ ਜ਼ਿੰਮੇਵਾਰ ਹੋਵਾਂਗਾ, ਉਹਨਾਂ ਨੂੰ ਕੋਈ ਖਤਰਾ ਨਹੀਂ ਹੈ। ਸਿਆਸਤ ਜੇ ਚੱਲ ਰਹੀ ਹੈ ਤੇ ਕਿਵੇਂ ਵਿਕਰਮ ਮਜੀਠੀਆ ਦਾ ਹੁਣ ਜਿਹੜਾ ਅਗਲਾ ਜੀਵਨ ਜਿਹੜਾ ਰਾਜਨੀਤਿਕ ਸਫ਼ਰ ਹੈ ਜਿਹੜਾ ਉਹ ਕਿਵੇਂ ਕਿੱਧਰ ਨੂੰ ਚੱਲੇਗਾ ਇਸ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ, ਪਰ ਹਾਲ ਦੀ ਘੜੀ ਉਹਨਾਂ ਤੇ ਭਾਰੀ ਸਮਾਂ ਜਿਹੜਾ ਚੱਲ ਰਿਹਾ। ਕੇਜਰੀਵਾਲ ਕੁਝ ਦਿਨ ਪਹਿਲਾਂ ਕਹਿ ਰਹੇ ਸੀ ਪੰਜਾਬ ਦੇ ਵਿੱਚ ਹੁਣ ਕੋਈ ਰਿਸ਼ਵਤ ਮੰਗਦਾ ਹੈ ਤੇ ਉਹਦੇ ਹੱਥ ਕੰਬਦੇ ਨੇ, ਡਰਦਾ ਹੈ ਪੰਜਾਬ ਵਿੱਚ ਰਿਸ਼ਵਤ ਤੋਂ ਬਿਨਾਂ ਕੰਮ ਹੋਣ ਲੱਗ ਪਏ ਨੇ। ਜੀ ਬਿਲਕੁਲ, ਇੰਨੀ ਓਵਰ ਸਟੇਟਮੈਂਟ ਦੇਣੀ ਅਜੇ ਵਾਜਬ ਨਹੀਂ। ਭਗਵੰਤ ਮਾਨ ਨੇ ਉਹ ਰੋਜ਼ਾਨਾ ਇੱਕ ਦੁਪਹਿਰੋਂ ਬਾਅਦ ਇੱਕ ਗੱਲ ਹੁੰਦੀ ਹੈ ਕਿ ਅੱਜ ਉਹਨਾਂ ਨੇ ਫਲਾਣੇ ਮੁੱਦੇ ਤੇ ਕਰਨਾ ਹੈ ਵੱਡਾ ਐਲਾਨ ਜੀ। ਉਹ ਵੱਡਾ ਐਲਾਨ ਨਾ ਵੱਡਾ ਐਲਾਨ ਜ਼ਰੂਰ ਹੁੰਦਾ ਹੈ ਪਰ ਕੋਈ ਇੰਨੇ ਜ਼ਿਆਦਾ ਵੱਡੇ ਐਲਾਨ ਨਹੀਂ। ਆਮ ਆਦਮੀ ਪਾਰਟੀ ਨੇ ਪਿਛਲੀਆਂ 5 ਵਿਧਾਨ ਸਭਾ ਚੋਣਾਂ ਹੋਰ ਸੂਬਿਆਂ 'ਚ ਵੀ ਲੜੀਆਂ ਨੇ ਜੀ, ਉੱਥੋਂ ਉਹਨਾਂ ਨੂੰ ਕੀ ਹਾਸਲ ਹੋਇਆ? ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਤੁਸੀਂ ਦੇਖ ਸਕਦੇ ਹੋ, ਪਰ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਆਊਟਰਾਈਟਲੀ ਵੋਟਾਂ ਪਾਈਆਂ ਨੇ। ਤੁਸੀਂ ਪਹਿਲਾਂ ਪੰਜਾਬ ਦਾ ਤੇ ਕੋਈ ਸਵਾਰ ਲਓ। ਸੁਨੀਲ ਜਾਖੜ ਅਸਲ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ ਨੇ ਜੀ, ਤੇ ਸਾਹਿਬ ਉਨੀ ਦੇਰ ਤੱਕ ਚੁੱਪ ਹੀ ਰਹੇ ਨੇ। ਕੋਈ ਬਹੁਤਾ ਉਹਨਾਂ ਨੇ ਪੰਜਾਬ ਦੀ ਜਾਂ ਪੰਜਾਬ ਕਾਂਗਰਸ ਦੇ ਵਿੱਚ ਚੱਲ ਰਹੇ ਅੰਦਰੂਨੀ ਮੁਸ਼ਕਲਾਂ ਦੀ ਉਹਨਾਂ ਨੇ ਗੱਲ ਨਹੀਂ ਕੀਤੀ। ਗੁੱਸਾ ਜਿਹੜਾ ਹੈ ਉਹ ਅਜੇ ਤੱਕ ਸੁਨੀਲ ਜਾਖੜ ਨੂੰ ਜਿਹੜਾ ਬਹੁਤ ਜ਼ਿਆਦਾ, ਉਹ ਇਸ ਗੱਲ ਨੂੰ ਭੁੱਲ ਨਹੀਂ ਰਹੇ ਕਿ ਕਿਵੇਂ ਮੁੱਖ ਮੰਤਰੀ ਦੀ ਕੁਰਸੀ ਮੇਰੇ ਪੈਰਾਂ ਦੇ ਥੱਲੇ ਜਿਹੜੀ ਸੀ ਇੱਕ ਵਾਰੀ ਖਿਸਕਾ ਦਿੱਤੀ ਗਈ ਜੀ, ਤੇ ਮੈਂ ਉਸ ਤੇ ਬੈਠਣ ਕਿਉਂ ਨਾ ਦਿੱਤਾ ਗਿਆ। ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਹੈ ਵਿਚਾਰ ਚਰਚਾ। ਇਸ ਪ੍ਰੋਗਰਾਮ ਵਿੱਚ ਅਸੀਂ ਚਰਚਾ ਕਰਾਂਗੇ ਪੰਜਾਬ ਸਰਕਾਰ ਦੇ ਸਾਹਮਣੇ ਮਸਲੇ ਤੇ ਉਹਨਾਂ ਨੂੰ ਲੈ ਕੇ ਉਹਨਾਂ ਦੀ ਜਿਹੜੀ ਕਾਰਜਕਾਰੀ ਹੈ ਉਹ ਕੀ ਕਰ ਰਹੀ ਹੈ ਸਰਕਾਰ। ਨਾਲ ਦੀ ਨਾਲ ਕੁਝ ਗੱਲਾਂ ਕਰਾਂਗੇ ਮੀਡੀਆ ਤੇ ਲੱਗਦੇ ਸਵਾਲਾਂ ਦੀ, ਤੇ ਨਾਲ ਹੀ ਗੱਲ ਕਰਾਂਗੇ ਅਕਾਲੀ ਦਲ ਦੇ ਵਿੱਚ ਇੱਕ ਵੱਡੇ ਲੀਡਰ ਦੇ ਜਿਹੜੀ ਜੇਲ੍ਹ ਯਾਤਰਾ ਚੱਲ ਰਹੀ ਹੈ ਉਹਦੇ ਤੇ ਉਹ ਕਿਹੋ ਜਿਹੀਆਂ ਗੱਲਾਂ ਜਿਹੜੀਆਂ ਨੇ ਉਹ ਕਰ ਰਹੇ ਨੇ। ਇਸ ਪ੍ਰੋਗਰਾਮ ਵਿੱਚ ਮੇਰਾ ਸਾਥ ਦੇਣਗੇ ਕੁਲਦੀਪ ਸਿੰਘ ਹੀਰ ਜੀ। ਸਵਾਗਤ ਕਰ ਰਹੇ ਹਾਂ ਹੀਰ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਹੀਰ ਸਾਹਿਬ। ਅਸੀਂ ਆਪ ਮੀਡੀਆ ਅਦਾਰੇ ਨੂੰ ਬਿਲੋਂਗ ਕਰਦੇ ਹਾਂ ਤੇ ਜਿਹੜੇ ਮੀਡੀਆ ਆ ਉਹਨੂੰ ਲੋਕਤੰਤਰ ਦੇ ਵਿੱਚ ਚੌਥਾ ਸਤੰਭ ਵੀ ਕਿਹਾ ਜਾਂਦਾ ਕਿ ਇਹਨਾਂ ਦੀ ਜਿਹੜੀ ਜ਼ਿੰਮੇਵਾਰੀ ਆ ਸਮਾਜ ਪ੍ਰਤੀ, ਦੇਸ਼ ਪ੍ਰਤੀ ਤੇ ਸਰਕਾਰਾਂ ਪ੍ਰਤੀ ਵੀ ਹੈ। ਇਹਨਾਂ ਨੂੰ ਸ਼ੀਸ਼ਾ ਵੀ ਕਿਹਾ ਜਾਂਦਾ ਕਿ ਸਰਕਾਰਾਂ ਨੂੰ ਉਹਨਾਂ ਦੇ ਕੰਮ ਦੀ ਜਿਹੜੀ ਆ ਉਹ ਸ਼ੀਸ਼ਾ ਵੀ ਦਿਖਾਉਂਦੇ ਨੇ ਕਿ ਉਹ ਠੀਕ ਕਰ ਰਹੇ ਨੇ ਜਾਂ ਗਲਤ ਕਰ ਰਹੇ ਨੇ, ਰਾਹ ਦਸੇਰੇ ਜਾਂ ਹੋਰ ਬਹੁਤ ਸਾਰੇ ਇਹਨਾਂ ਨੂੰ ਜਿਹੜੇ ਆਂਕਲਨ ਦਿੱਤੇ ਜਾਂਦੇ ਨੇ। ਪੰਜਾਬ ਦੇ ਇੱਕ ਵੱਡੇ ਚੈਨਲ ਦੇ ਉੱਤੇ ਕਾਫੀ ਤਰ੍ਹਾਂ ਦੇ ਦੋਸ਼ ਜਿਹੜੇ ਨੇ ਸਮੇਂ-ਸਮੇਂ ਤੇ ਲੱਗਦੇ ਰਹੇ ਨੇ। ਹੁਣ ਇੱਕ ਨਵੀਂ ਘਟਨਾ ਸਾਹਮਣੇ ਆਈ ਆ, ਉਹ ਕੀ ਆ ਜੀ? ਅਸਲ ਵਿੱਚ ਇੱਕ ਤਰ੍ਹਾਂ ਦੇ ਦੋਸ਼ ਤਾਂ ਉਹਨਾਂ ਤੇ ਬੜੇ ਲੰਬੇ ਸਮੇਂ ਤੋਂ ਲੱਗਦੇ ਰਹੇ ਨੇ ਜੀ। ਉਹ ਇਹ ਕਿ ਉਹ ਇੱਕ ਪਾਰਟੀ ਦੀ ਨੁਮਾਇੰਦਗੀ ਕਰਦਾ ਹੈ ਚੈਨਲ ਜੀ, ਤੇ ਉਹਨਾਂ ਦੀ ਇਜਾਰੇਦਾਰੀ ਹੈ ਤੇ ਉੱਥੇ ਉਹਨਾਂ ਦੀ ਹੀ ਗੱਲਬਾਤ ਹੁੰਦੀ ਹੈ ਤੇ ਦੂਸਰੇ ਪਾਸੇ ਦੀ ਗੱਲ ਨੂੰ ਵਧਾ ਚੜਾ ਕੇ ਦੱਸਿਆ ਜਾਂਦਾ ਤੇ ਆਪਣੀਆਂ ਨੂੰ ਕੱਛ ਦੇ ਵਿੱਚ ਲੁਕੋ ਲਿਆ ਜਾਂਦਾ ਜੀ। ਜਿਵੇਂ ਕਹਿੰਦੇ ਨੇ ਕਿ ਆਪਣੀਆਂ ਕੱਛ ਵਿੱਚ ਤੇ ਬਗਾਨਿਆਂ ਦੀਆਂ ਹੱਥ ਵਿੱਚ ਜੀ, ਇਸ ਤਰ੍ਹਾਂ ਦੀ ਕਹਾਣੀ ਹੈ। ਪੀਟੀਸੀ ਚੈਨਲ ਹੈ
ਜੀ ਪੀਟੀਸੀ ਚੈਨਲ ਤੇ ਉੱਪਰ ਅਕਾਲੀ ਦਲ ਦਾ ਬੋਲਬਾਲਾ ਰਿਹਾ। ਇਸ ਵਿੱਚ ਕਿਸੇ ਨੂੰ ਕੋਈ ਸ਼ੱਕ ਸ਼ੁਬਾ ਹੋਣਾ ਹੀ ਨਹੀਂ ਚਾਹੀਦਾ। ਜੀ ਪੀਟੀਸੀ ਦੇ ਉੱਪਰ ਅਸਲ ਵਿੱਚ ਗੱਲ ਇਹ ਹੈ ਕਿ ਪੀਟੀਸੀ ਤੇ ਜੋ ਦੁਨੀਆ ਦੇ ਵਿੱਚ ਉਸ ਨੂੰ ਜਾਣਿਆ ਜਾਂਦਾ ਹੈ ਉਹ ਬਹੁਤਾ ਇਸ ਕਰਕੇ ਕਿਉਂਕਿ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਦੇ ਜਿਹੜੇ ਪ੍ਰਸਾਰਣ ਨੇ ਸਵੇਰ ਤੋਂ ਲੈ ਕੇ ਪਾਲਕੀ ਸਾਹਿਬ ਦੇ ਆਉਣ ਤੇ ਆਸਿਆ ਦੀ ਵਾਰ ਦੇ ਕੀਰਤਨ, ਬਿਲਾਵਲ ਦੀ ਚੌਂਕੀ, ਸ਼ਾਮ ਨੂੰ ਸੋਦਰ ਤੇ ਫਿਰ ਕੀਰਤਨ ਤੇ ਫਿਰ ਖਾਸ ਸਮਾਗਮਾਂ ਤੇ ਮੰਜੀ ਸਾਹਿਬ ਦੀਵਾਨ ਹਾਲ ਤੋਂ ਜਿਹੜੇ ਪ੍ਰਸਾਰਣ ਨੇ, ਜੀ ਜਿਹੜਾ ਰਾਗ ਦਰਬਾਰ ਵੀ ਹੁੰਦਾ ਹੈ ਉਸ ਦੇ ਵੀ ਪ੍ਰਸਾਰਣ ਦੇ ਹੱਕ ਜਿਹੜੇ ਨੇ ਪੀਟੀਸੀ ਕੋਲ ਨੇ। ਜੀ ਉਹ ਪੀਟੀਸੀ ਦੇ ਕੋਲ ਇਹੋ ਜਿਹਾ ਜ਼ਬਰਦਸਤ ਤਰੀਕੇ ਨਾਲ ਹੱਕ ਦਿੱਤੇ ਗਏ ਕਿ ਪਹਿਲਾਂ ਇੱਕ ਹੋਰ ਚੈਨਲ ਦੇ ਕੋਲ ਹੁੰਦੇ ਸੀ, ਉਸ ਨੂੰ ਈਟੀਸੀ ਆਖਿਆ ਜਾਂਦਾ ਸੀ ਜੀ ਤੇ ਫਿਰ ਈ ਹਟ ਗਿਆ ਤੇ ਉਸ ਦੀ ਜਗ੍ਹਾ ਤੇ ਪੀ ਲੱਗ ਗਿਆ। ਤੇ ਪਹਿਲਾਂ ਤੇ ਜਦੋਂ ਸ਼ੁਰੂ ਦੇ ਵਿੱਚ ਇਹ ਬ੍ਰੌਡਕਾਸਟ ਸ਼ੁਰੂ ਹੋਇਆ ਤੇ ਜੋ ਮਾਈਕ੍ਰੋਫੋਨ ਜੋ ਕੀਰਤਨੀ ਜਥਿਆਂ ਦੇ ਸਾਹਮਣੇ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਉਸ ਜਗ੍ਹਾ ਤੇ ਜੋ ਮਾਈਕ੍ਰੋਫੋਨ ਲੱਗੇ ਹੁੰਦੇ ਸੀ, ਮਾਈਕ੍ਰੋਫੋਨ ਦੇ ਦੁਆਲੇ ਮਾਈਕ ਦੀ ਆਈਡੀ ਜਿਹੜੀ ਆ ਉਹ ਵੀ ਲੱਗੀ ਹੁੰਦੀ ਸੀ ਚੈਨਲ ਦੀ। ਜੀ ਫਿਰ ਕਿਸੇ ਸਿਆਣੇ ਦੀ ਅਕਲ ਕੰਮ ਕੀਤੀ ਕਿ ਘੱਟੋ ਘੱਟ ਇੱਥੋਂ ਤਾਂ ਭਾਈ ਇਹਨਾਂ ਨੂੰ ਹਟਾਓ, ਇੱਥੇ ਐਡਵਰਟਾਈਜ਼ਮੈਂਟ ਨਹੀਂ ਕੀਤੀ ਜਾ ਸਕਦੀ। ਜੀ ਫਿਰ ਉਹ ਪ੍ਰਸਾਰਨ ਰੋਜ਼ਾਨਾ ਸ਼ੁਰੂ ਹੋ ਗਿਆ ਤੇ ਲੱਖਾਂ ਕਰੋੜਾਂ ਨਾਨਕ ਨਾਮ ਲੇਵਾ ਸੰਗਤ ਜਿਹੜੀ ਆ ਉਹ ਦੇਖਦੀ ਆ। ਜੀ ਇੱਕ ਵੱਡੀ ਹੋਰ ਹੈਰਾਨੀ ਦੀ ਗੱਲ, ਇਸ ਇੰਨਾ ਵੱਡਾ ਅਦਾਰਾ ਹੋਣ ਦੇ ਬਾਵਜੂਦ ਵੀ, ਜੀ ਇੰਨਾ ਸਿੱਖਾਂ ਦਾ ਸਭ ਤੋਂ ਮੁਕੱਦਸ ਮੁਕਾਮ ਹੋਣ ਦੇ ਬਾਵਜੂਦ ਵੀ, ਜਿਸ ਜਗ੍ਹਾ ਨਾਲ ਕਰੋੜਾਂ ਸਿੱਖਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਜੀ ਔਰ ਹਰ ਕੋਈ ਵਿਦੇਸ਼ ਤੋਂ ਜਦੋਂ ਕੋਈ ਸਿੱਖ ਆਉਂਦਾ ਹੈ ਜਾਂ ਹੋਰ ਧਰਮਾਂ ਦੇ ਲੋਕ ਵੀ, ਇੰਨੇ ਸੈਲਾਨੀ ਵੀ ਆਉਂਦੇ ਨੇ, ਉਹ ਸਾਰੇ ਉੱਥੇ ਜਾਂਦੇ ਨੇ। ਹੋਰ ਧਰਮਾਂ ਦੇ ਲੋਕ ਆਪਣੀ ਅਕੀਦਤ ਦੇ ਫੁੱਲ ਭੇਂਟ ਕਰਨ ਵਾਸਤੇ ਉੱਥੇ ਜਾਂਦੇ ਨੇ। ਸ਼ਰਧਾ ਦਾ ਕੇਂਦਰ ਵੀ ਹੈ ਤੇ ਉਹ ਸੂਚਨਾ ਦਾ ਕੇਂਦਰ ਵੀ ਹੈ, ਸਭ ਕੁਝ ਹੈ। ਗੁਰੂ ਅਰਜਨ ਦੇਵ ਮਹਾਰਾਜ ਦੁਆਰਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਕੀਤੀ ਗਈ ਉਹ ਬਾਣੀ ਉੱਥੇ ਸੁਸ਼ੋਭਿਤ ਹੈ, ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਨੇ ਜੀ ਤੇ ਉਸ ਜਗ੍ਹਾ ਤੇ ਬੈਠ ਕੇ ਕੀਰਤਨੀਏ ਸਿੰਘ ਮਾਣ ਮਹਿਸੂਸ ਕਰਦੇ ਨੇ ਕੀਰਤਨ ਕਰਨਾ, ਜਿੱਥੇ ਕਦੇ ਗੁਰੂ ਅਰਜਨ ਦੇਵ ਨੇ ਜਿਹੜਾ ਸੀ ਉਹ ਬੈਠ ਕੇ ਪ੍ਰਕਾਸ਼ ਕਰਵਾਇਆ ਸੀ ਤੇ ਕੀਰਤਨ ਕੀਤਾ ਸੀ। ਜੀ ਹੁਣ ਉਸ ਦਾ ਪ੍ਰਸਾਰਣ ਜਿਹੜਾ ਹੈ ਉਹ ਇੱਕ ਹਲਕੇ ਪੱਧਰ ਦਾ ਹੋਵੇ ਪ੍ਰਸਾਰਣ। ਇਹ ਮਾਫ ਕਰਨਾ, ਮੈਂ ਇਹ ਤਕਨੀਕੀ ਲਫ਼ਜ਼ ਵਰਤ ਰਿਹਾ ਜੀ ਕਿਉਂਕਿ ਇਹ ਇਸ ਦਾ ਗੁਰਬਾਣੀ ਕੀਰਤਨ ਨਾਲ ਜਾਂ ਗੁਰਬਾਣੀ ਨਾਲ ਕੋਈ ਸੰਬੰਧ ਨਹੀਂ ਹੈ। ਜੀ ਹਲਕੇ ਪੱਧਰ ਦਾ ਕਿਸ ਪੱਖੋਂ ਹੈ? ਦੁਨੀਆ ਵਿੱਚ ਕਦੋਂ ਦਾ HD ਸ਼ੁਰੂ ਹੋ ਗਿਆ? ਜੀ ਅਜੇ ਤੱਕ ਸਟੈਂਡਰਡ ਡੈਫੀਨੇਸ਼ਨ ਜਿਹੜੀ ਹੈ ਬ੍ਰੌਡਕਾਸਟ ਕੀਤੀ ਜਾ ਰਹੀ ਹੈ। ਜੀ ਉਹ ਪੀਟੀਸੀ ਕੋਲ ਸਾਰੇ ਅਧਿਕਾਰ ਨੇ। ਪੀਟੀਸੀ ਸ਼੍ਰੋਮਣੀ ਕਮੇਟੀ ਨੂੰ ਇਸ ਦੇ ਇਵਜ਼ ਵਿੱਚ ਕੀ ਦਿੰਦਾ ਹੈ, ਕੀ ਯੋਗਦਾਨ ਪਾਉਂਦਾ ਹੈ? ਜਿੱਥੋਂ ਹਜ਼ਾਰਾਂ ਲੱਖਾਂ ਲੋਕ ਰੋਜ਼ਾਨਾ ਲੰਗਰ ਛਕਦੇ ਨੇ, ਇੰਨੇ ਸੰਸਥਾਨ ਚੱਲਦੇ ਨੇ, ਹਸਪਤਾਲ ਚੱਲਦੇ ਨੇ, ਸਕੂਲ ਚੱਲਦੇ ਨੇ, ਪੀਟੀਸੀ ਦਾ ਕੀ ਯੋਗਦਾਨ ਹੈ? ਇਸ ਬਾਰੇ ਕੋਈ ਟਰਾਂਸਪੇਰੈਂਸੀ ਜਿਹੜੀ ਅੱਜ ਤੱਕ ਜਿਹੜੀ ਆ ਉਹ ਦੱਸੀ ਨਹੀਂ ਗਈ ਕਿ ਕੀ ਕਮਾਈ ਹੁੰਦੀ ਹੈ। ਅਸੀਂ ਅੱਗੇ ਚੱਲਦੇ ਹਾਂ ਜੀ ਉਸ ਬਾਰੇ। ਹੁਣ ਤੱਥ ਥੋੜੇ ਬਹੁਤੇ ਆਉਣੇ ਸ਼ੁਰੂ ਹੋਏ ਨੇ ਕਿ ਸਾਲ ਕਦਾ ਕੋਈ 1.5-2 ਲੱਖ ਰੁਪਇਆ ਦਿੰਦੇ ਨੇ ਤੇ ਇਸ ਦੇ ਇਵਜ਼ ਵਜੋਂ ਉੱਥੇ ਸਾਰਾ ਸਮਾਨ ਸੈਟਅਪ ਕਰਨ ਦੇ ਵਾਸਤੇ ਵੱਡੀ ਰਕਮ ਜਿਹੜੀ ਹੈ ਸ਼੍ਰੋਮਣੀ ਕਮੇਟੀ ਤੋਂ ਪੀਟੀਸੀ ਦੁਆਰਾ ਕਦੇ ਲਈ ਗਈ ਸੀ ਜੀ ਜਾਂ ਗਾਂ ਵੀ ਲਈ ਜਾਂਦੀ, ਇਸ ਗੱਲ ਦਾ ਕੁਝ ਪਤਾ ਨਹੀਂ ਹੈ ਕਿਉਂਕਿ ਕਦੇ ਕੋਈ ਵਾਈਟ ਪੇਪਰ ਜਾਰੀ ਨਹੀਂ ਕੀਤਾ ਗਿਆ। ਜੀ ਪੀਟੀਸੀ ਤੇ ਹੁਣ ਜਿਹੜੇ ਨੇ ਹੋਰ ਵੱਖਰੀ ਕਿਸਮ ਦੇ ਇਲਜ਼ਾਮ ਲੱਗੇ ਨੇ। ਮੈਂ ਆਪਣੇ ਤੌਰ ਤੇ ਗੱਲ ਕਰਦਾ, ਜੀ ਪੀਟੀਸੀ ਤੇ ਜਦੋਂ ਗੁਰਬਾਣੀ ਦਾ ਪ੍ਰਸਾਰਣ ਚੱਲਦਾ ਹੈ ਉਸ ਤੋਂ ਬਾਅਦ ਹੀ ਗਾਣਿਆਂ ਦੇ ਐਡਵਰਟਾਈਜ਼ਮੈਂਟ ਸ਼ੁਰੂ ਹੋ ਜਾਂਦੇ ਨੇ ਤੇ ਅਕਾਲੀ ਦਲ ਦਾ ਜਿਹੜਾ ਗੁਣ ਗਾਇਨ ਦਾ ਪ੍ਰਸਾਰਣ ਜਿਹੜਾ ਸ਼ੁਰੂ ਹੋ ਜਾਂਦਾ ਹੈ ਤੇ ਨਾਲ ਹੀ ਰਾਸ਼ੀਫਲ ਸ਼ੁਰੂ ਹੋ ਜਾਂਦੇ ਨੇ, ਜੀ ਜਿਸ ਦਾ ਸਿੱਖ ਧਰਮ ਦੇ ਨਾਲ ਕੋਈ ਸੰਬੰਧ ਨਹੀਂ ਹੈ, ਕੋਈ ਮਹੱਤਵ ਨਹੀਂ ਹੈ। ਕਿਸੇ ਹੋਰ ਧਰਮ ਵਾਸਤੇ ਹੋ ਸਕਦਾ ਪਰ ਇੱਥੇ ਕੋਈ ਸੰਬੰਧ ਨਹੀਂ ਬਣਦਾ। ਜੀ ਪੀਟੀਸੀ ਦੀ ਅਸੀਂ ਗੱਲ ਕਰਦੇ ਹਾਂ। ਪੀਟੀਸੀ ਦੇ ਉੱਪਰ ਮਿਸ ਪੰਜਾਬ ਜਾਂ ਪੰਜਾਬਣ ਦੇ ਮੁਕਾਬਲੇ ਕਰਵਾਏ ਜਾਂਦੇ ਸੀ। ਜੀ ਉਹਨਾਂ ਨੂੰ ਲੈ ਕੇ ਜਿਹੜੇ ਨੇ ਇਲਜ਼ਾਮ ਲੱਗੇ ਆ। ਨੈਂਸੀ ਘੁੰਮਣ ਨਾਂ ਦੀ ਇੱਕ ਔਰਤ ਹੈ ਜੀ ਤੇ ਉਸ ਦੇ ਨਾਲ ਉਸ ਦਾ ਸਾਥੀ ਭੁਪਿੰਦਰ ਸਿੰਘ ਨਾਂ ਦਾ ਵਿਅਕਤੀ ਹੈ ਤੇ ਹੁਣ ਪੀਟੀਸੀ ਦੇ MD ਮੈਨੇਜਿੰਗ ਡਾਇਰੈਕਟਰ ਵੀ ਇਸ ਗ੍ਰਿਫਤ ਵਿੱਚ ਆ ਗਏ ਨੇ, ਜੀ ਜਿਨ੍ਹਾਂ ਦੇ ਬਾਰੇ ਮੈਨੇਜਿੰਗ ਡਾਇਰੈਕਟਰ ਦੇ ਬਾਰੇ ਅੱਜ ਤੱਕ ਕੋਈ ਜਾਣਦਾ ਨਹੀਂ ਸੀ। ਉਹਨਾਂ ਦਾ ਹੁਣ ਨਾਮ ਵੀ ਆਉਣਾ ਸ਼ੁਰੂ ਹੋ ਗਿਆ ਮੀਡੀਆ ਦੇ ਵਿੱਚ। ਤੇ ਜਦੋਂ ਇਹ ਇਲਜ਼ਾਮ ਲੱਗੇ ਕੁਝ ਦਿਨ ਪਹਿਲਾਂ ਤੱਕ ਕਿ ਮਿਸ ਪੰਜਾਬਣ ਮੁਕਾਬਲੇ ਨੂੰ ਕਰਵਾਉਣ ਵੇਲੇ ਤੇ ਕਰਵਾਉਣ ਦੇ ਦੌਰਾਨ ਜਵਾਨ ਲੜਕੀਆਂ ਦਾ ਸ਼ੋਸ਼ਣ ਕੀਤੇ ਜਾਣ ਦੀਆਂ ਖਬਰਾਂ ਨੇ, ਜੀ ਇਹ ਸੰਗਿਆਨ ਅਦਾਲਤ ਨੇ ਲਿਆ। ਅਸੀਂ ਆਪਣੇ ਕੋਲੋਂ ਕੁਝ ਨਹੀਂ ਆਖ ਰਹੇ। ਬਿਲਕੁਲ ਕਹਿੰਦੇ ਨੇ ਕਿ ਇੱਕ ਲੜਕੀ ਜਿਹੜੀ ਸ਼ਿਕਾਇਤਕਰਤਾ ਲੜਕੀ ਹੈ ਉਸ ਦੇ ਪਿਤਾ ਦੀ ਸ਼ਿਕਾਇਤ ਤੇ ਅਦਾਲਤ ਨੇ ਵਾਰੰਟ ਅਫਸਰ ਭੇਜ ਕੇ ਉੱਥੋਂ ਲੜਕੀਆਂ ਨੂੰ ਹੋਟਲ ਚੋਂ ਛੁਡਵਾਇਆ। ਜੀ ਇਹ ਦੱਸਿਆ ਜਾਂਦਾ ਕਿ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੀਆਂ ਲੜਕੀਆਂ ਨੇ ਜੋ ਇਲਜ਼ਾਮ ਲਾਏ ਨੇ ਉਸ ਲੜਕੀ ਨੇ, ਜੀ ਉਸ ਲੜਕੀ ਨੇ ਇਹ ਦੱਸਿਆ ਕਿ ਕਿਵੇਂ ਲੜਕੀਆਂ ਨੂੰ ਇੱਕ ਜਗ੍ਹਾ ਤੇ ਬੰਦੀ ਬਣਾ ਕੇ ਰੱਖਿਆ ਜਾਂਦਾ ਸੀ ਤੇ ਫਿਰ ਵੱਡੇ ਲੋਕਾਂ ਦੇ ਅੱਗੇ ਪੇਸ਼ ਕੀਤਾ ਜਾਂਦਾ ਸੀ ਤੇ ਉਹਨਾਂ ਨੂੰ ਸ਼ੋਸ਼ਣ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ। ਜੀ ਇਹ ਇਲਜ਼ਾਮ ਲੱਗੇ ਨੇ। ਉਸੇ ਦੇ ਤਹਿਤ ਮੈਨੇਜਿੰਗ ਡਾਇਰੈਕਟਰ ਰਵਿੰਦਰਾ ਨਾਰਾਇਣ ਦੀ ਜਿਹੜੀ ਗ੍ਰਿਫਤਾਰੀ ਗੁੜਗਾਉਂ ਤੋਂ ਹੋਈ ਹੈ। ਪੁਲਿਸ ਜਦੋਂ ਦੂਸਰੀ ਜਗ੍ਹਾ ਤੇ ਗ੍ਰਿਫਤਾਰੀ ਕਰਨ ਵਾਸਤੇ ਜਾਂਦੀ ਹੈ, ਸਪੈਸ਼ਲ ਪਰਮਿਸ਼ਨ ਤੇ ਉੱਥੋਂ ਦੇ ਲੋਕਲ ਥਾਣੇ ਦੇ ਵਿੱਚ ਰਿਪੋਰਟ ਕਰਕੇ ਜਾਂਦੀ ਹੈ। ਜੀ ਅਦਾਲਤੀ ਹੁਕਮਾਂ ਦੇ ਨਾਲ ਇਹ ਸਾਰੀ ਜਾਂਚ ਸ਼ੁਰੂ ਹੋਈ ਹੈ ਤੇ ਪੰਜਾਬ ਪੁਲਿਸ ਨੇ ਇਸ ਤੇ ਵੱਡੀ ਕਾਰਵਾਈ ਜਿਹੜੀ ਹੈ ਉਹ ਕੀਤੀ ਹੈ। ਇਹ ਇਲਜ਼ਾਮ ਕਿੰਨੇ ਕੋ ਸਹੀ ਨੇ ਕਿੰਨੇ ਕੋ ਗਲਤ ਨੇ, ਇਹ ਤਾਂ ਅਦਾਲਤ ਦੀ ਚੱਕੀ ਬਰੀਕ ਪੀਸੇਗੀ ਤੇ ਹੌਲੀ ਲੰਬਾ ਪੀਸੇਗੀ। ਜੀ ਫਿਰ ਸਾਨੂੰ ਪਤਾ ਲੱਗੇਗਾ ਕਿ ਇਹ ਸੱਚਾਈ ਕੀ ਹੈ ਤੇ ਕੀ ਨਹੀਂ ਹੈ ਇਸ ਵਿੱਚ।
ਪਰ ਇਸ ਵਿੱਚ ਸ਼ਾਮਲ ਜਿਹੜੇ ਵਿਅਕਤੀ ਜਿਨ੍ਹਾਂ ਇੱਕ ਲੜਕੀ ਜਿਹੜੀ ਹੈ ਨੈਂਸੀ ਘੁੰਮਣ ਤੇ ਇੱਕ ਭੁਪਿੰਦਰ ਸਿੰਘ ਨਾਂ ਦਾ ਜਿਹੜਾ ਵਿਅਕਤੀ ਹੈ ਜੀ, ਉਹਨਾਂ ਦੇ ਨਾਮ ਤੋਂ ਬਿਲਕੁਲ ਕੋਰਾ ਇਨਕਾਰ ਪੀਟੀਸੀ ਦੇ ਮੈਨੇਜਿੰਗ ਡਾਇਰੈਕਟਰ ਨੇ ਕੁਝ ਇੱਕ ਹੋਰ ਚੈਨਲਾਂ ਦੇ ਉੱਪਰ ਬੈਠ ਕੇ ਜਿਹੜਾ ਸੀ ਕਰ ਦਿੱਤਾ ਕਿ ਅਸੀਂ ਇਹਨਾਂ ਨੂੰ ਜਾਣਦੇ ਤੱਕ ਨਹੀਂ ਜੀ, ਜਦ ਕਿ ਉਹ ਕਰਤਾ ਧਰਤਾ ਦੱਸੇ ਜਾਂਦੇ ਨੇ ਉਸ ਪੀਟੀਸੀ ਪੰਜਾਬਣ ਮੁਕਾਬਲੇ ਦੇ। ਜੀ, ਹੁਣ ਇਹ ਸਾਰੀਆਂ ਗੱਲਾਂ ਦੇ ਜਵਾਬ ਉਹਨਾਂ ਨੂੰ ਅਦਾਲਤ ਵਿੱਚ ਦੇਣੇ ਪੈਣਗੇ। ਪੀਟੀਸੀ ਵਾਲਿਆਂ ਦਾ ਕਹਿਣਾ ਹੈ ਕਿ ਬਦਲਾ ਲਊ ਕਾਰਵਾਈ ਆ, ਜੀ, ਜਦ ਕਿ ਦੂਸਰੀ ਧਿਰ ਦਾ ਇਹ ਕਹਿਣਾ ਹੈ ਸਰਕਾਰ ਕਹਿੰਦੀ ਹੈ ਕਿ ਅਦਾਲਤ ਦੇ ਹੁਕਮਾਂ ਤੇ ਕਾਰਵਾਈ ਹੋਈ ਹੈ ਕਿ ਹਾਈ ਕੋਰਟ ਜਿਹੜੀ ਹੈ ਪੰਜਾਬ ਸਰਕਾਰ ਦੇ ਅਧੀਨ ਹੈ। ਅਦਾਲਤ ਜਿਹੜੀ ਹੈ ਨਿਰਪੱਖ ਨਹੀਂ ਹੈ। ਅਦਾਲਤ ਦੇ ਹੁਕਮਾਂ ਤਹਿਤ ਜੇ ਕੋਈ ਕਾਰਵਾਈ ਹੋਏ ਤਾਂ ਉਸ ਤੇ ਸਵਾਲ ਚੁੱਕਣਾ ਜਾਇਜ਼ ਨਹੀਂ। ਕਾਰਵਾਈ ਨੂੰ ਹੋਣ ਦਿਓ, ਜਾਂਚ ਨੂੰ ਚੱਲਣ ਦਿਓ, ਜੋ ਫੈਸਲਾ ਆਵੇਗਾ ਸਾਰੇ ਦੇ ਸਾਹਮਣੇ ਹੋ ਜਾਵੇਗਾ। ਕੋਈ ਸ਼ੱਕ ਨਹੀਂ ਹੈ ਕਿ ਇਹ ਜਿਹੜਾ ਚੈਨਲ ਹੈ ਇਹ ਇਸ ਦੇ ਉੱਪਰ ਪ੍ਰਕਾਸ਼ ਸਿੰਘ ਬਾਦਲ ਤੇ ਅਕਾਲੀ ਦਲ ਦੀ ਜਿਹੜੀ ਹੈ ਇੱਕ ਉਹਨਾਂ ਦਾ ਮੈਜੋਰਿਟੀ ਤੇ ਉਹਨਾਂ ਦਾ ਕੰਟਰੋਲ ਜਿਹੜਾ ਰਿਹਾ ਤੇ ਇਸ ਦੇ ਨਾਲ ਜੁੜੀ ਹੋਈ ਸਮੱਗਰੀ ਤੇ ਸਾਰਾ ਕੁਝ ਜਿਹੜਾ ਹੈ ਹੁਣ ਪੂਰੀ ਤਰ੍ਹਾਂ ਸ਼ੱਕ ਦੇ ਘੇਰੇ ਦੇ ਵਿੱਚ ਜਿਹੜਾ ਆ ਗਿਆ। ਪਰ ਇਸ ਨੂੰ ਕੌਣ ਕਿਵੇਂ ਕਿੱਥੋਂ ਕਿਸ ਤਰ੍ਹਾਂ ਚਲਾਉਂਦਾ ਹੈ ਅਜੇ ਇਸ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਕਦੇ ਆਪਣੇ ਇਲੈਕਸ਼ਨ ਐਫੀਡੇਵਿਟ ਦੇ ਵਿੱਚ ਚੋਣ ਲੜਨ ਦੇ ਵਿੱਚ ਕਦੇ ਪੀਟੀਸੀ ਨੂੰ ਆਪਣੀ ਮਾਲਕੀ ਦਾ ਜਾਂ ਆਪਣਾ ਹਿੱਸਾ ਦੱਸਿਆ ਸੀ ਜੀ। ਇਸ ਬਾਰੇ ਅਸੀਂ ਪੱਕੇ ਸ਼ੋਰ ਨਹੀਂ ਹੈ, ਪਰ ਅਜੇ ਹੁਣ ਗੱਲਾਂ ਹੋਰ ਪਰਤਾਂ ਖੁੱਲਣਗੀਆਂ। ਪਰ ਸਮਾਂ ਬੜਾ ਬਲਵਾਨ ਹੈ, ਜਦੋਂ ਜਿਹੜਾ ਕੋਈ ਪਾਸਾ ਪਲਟਦਾ ਤੇ ਦੇਰ ਨਹੀਂ ਲੱਗਦੀ। ਗਲਤ ਕੀ ਹੈ ਠੀਕ ਹੈ ਅਸੀਂ ਆਪਣੇ ਕੋਲੋਂ ਕੁਝ ਨਹੀਂ ਕਹਿ ਸਕਦੇ, ਮਾਮਲਾ ਅਦਾਲਤ ਦੇ ਵਿੱਚ ਹੈ। ਪਰ ਲੜਕੀਆਂ ਦਾ ਸ਼ੋਸ਼ਣ ਹੋਣ ਦੀ ਜਿਹੜੀ ਗੱਲ ਹੈ ਇਸ ਦੀ ਜਾਂਚ ਜਿਹੜੀ ਆ ਚੰਗੀ ਤਰ੍ਹਾਂ ਹੋਣੀ ਚਾਹੀਦੀ ਹੈ। ਇਹ ਇਲਜ਼ਾਮ ਪਹਿਲੀ ਵਾਰ ਨਹੀਂ ਲੱਗੇ, ਹੋਰਨਾਂ ਲੋਕਾਂ ਤੇ ਬੰਬਈ ਦੀ ਬਾਲੀਵੁੱਡ ਦੇ ਵਿੱਚ ਵੀ ਤੇ ਹੋਰ ਕਈ ਜਗ੍ਹਾ ਤੇ ਇਸ ਤਰ੍ਹਾਂ ਦੇ ਇਲਜ਼ਾਮ ਲੱਗਦੇ ਰਹਿੰਦੇ ਨੇ ਕਿ ਸੁੰਦਰਤਾ ਮੁਕਾਬਲਿਆਂ ਦੇ ਤਹਿਤ ਕੁਝ ਗਲਤ ਹੋ ਰਿਹਾ ਤੇ ਫਿਰ ਸਾਨੂੰ ਜਾਂਚ ਕਰ ਲੈਣੀ ਦੇਣੀ ਚਾਹੀਦੀ ਹੈ ਅਦਾਲਤਾਂ ਨੂੰ। ਪੁਲਿਸ ਆਪਣੀ ਨਿਰਪੱਖ ਹੋ ਕੇ ਜਾਂਚ ਕਰੇ ਤਾਂ ਕਿ ਕਿਸੇ ਦਾ ਕੋਈ ਸ਼ੋਸ਼ਣ ਵਗੈਰਾ ਨਾ ਹੋ ਸਕੇ। ਅਸੀਂ ਕਈ ਵਾਰ ਇਹ ਗੱਲਾਂ ਦੇਖੀਆਂ ਨੇ ਕਿ ਪਰ ਇਦਾਂ ਲੱਗਦਾ ਹੈ ਕਿ ਸੇਕ ਥੋੜਾ ਨੇੜੇ ਹੋਵੇ ਤੇ ਫਿਰ ਉਹਦੀ ਜਿਹੜੀ ਜ਼ਿਆਦਾ ਤਪਸ਼ ਜਿਹੜੀ ਆ ਮਹਿਸੂਸ ਹੁੰਦੀ ਆ। ਹਾਲੇ ਵੀ ਪੀਟੀਸੀ ਵੱਲੋਂ ਐਸਡੀ ਤੋਂ ਐਚਡੀ ਤੱਕ ਕਨਵਰਟ ਨਾ ਹੋਣਾ ਤੇ ਇਹੋ ਜਿਹੇ ਇਲਜ਼ਾਮਾਂ ਦਾ ਲੱਗਣਾ ਜਿਹੜਾ ਉਹ ਆਪਣੇ ਆਪ ਵਿੱਚ ਵੱਡੀ ਗੱਲ ਹੈ। ਤੇ ਸਾਨੂੰ ਯਾਦ ਆ ਬਹੁਤ ਸਾਰੇ ਦਰਸ਼ਕਾਂ ਨੂੰ ਕਿ ਇੱਕ ਸਮਾਂ ਥੋੜੇ ਸਮੇਂ ਦੀ ਗੱਲ ਹੈ ਜਦੋਂ ਇੱਕ ਬੱਸ ਦੇ ਵਿੱਚੋਂ ਇੱਕ ਡਿੱਗ ਕੇ ਜਾਂ ਇੱਕ ਸੁੱਟ ਕੇ ਇੱਕ ਔਰਤ ਨੂੰ ਮਾਰ ਦਿੱਤਾ ਗਿਆ। ਮੈਂਬਰ ਪਾਰਲੀਮੈਂਟ ਨੇ ਪਾਰਲੀਮੈਂਟ ਦੇ ਵਿੱਚ ਹੀ ਕਿਹਾ ਕਿ ਇਸ ਅਦਾਰੇ ਦੀ ਜ਼ਿੰਮੇਵਾਰੀ, ਇਸ ਅਦਾਰੇ ਦੀ ਮਾਲਕੀ ਕਿਹਦੇ ਕੋਲ ਆ ਉਹਨਾਂ ਨੂੰ ਨਹੀਂ ਪਤਾ, ਅਸੀਂ ਸਾਰੇ ਜਾਣਦੇ ਹਾਂ। ਪਰ ਹੁਣ ਸਰਕਾਰ ਬਦਲ ਗਈ ਹੈ, ਜਿਵੇਂ ਹੀਰ ਸਾਹਿਬ ਨੇ ਦੱਸਿਆ ਕਿ ਜਦੋਂ ਸਮੇਂ ਦਾ ਬਦਲਾਅ ਆਉਂਦਾ ਹੈ ਤੇ ਅਦਾਲਤ ਦੀ ਚੱਕੀ ਜਿਹੜੀ ਹੈ ਉਹ ਬਰੀਕ ਪੀਸਦੀ ਹੈ। ਦੇਖਾਂਗੇ ਕਿ ਕਿੰਨੀ ਜਲਦੀ ਇਹ ਜਿਹੜੀਆਂ ਚੀਜ਼ਾਂ ਨੇ ਸਾਡੇ ਸਾਹਮਣੇ ਆਉਂਦੀਆਂ ਨੇ, ਕਿਵੇਂ ਆਉਂਦੀਆਂ ਨੇ ਤੇ ਕਿਵੇਂ ਉਹਦਾ ਖੁਲਾਸਾ ਜਿਹੜਾ ਆ ਬਾਕੀ ਧਿਰਾਂ ਵੱਲੋਂ ਵੀ ਕੀਤਾ ਜਾਂਦਾ ਹੈ। ਵਕਤ ਹੈ ਇੱਕ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਲੈਂਦੇ ਹਾਂ ਕੁਝ ਹੋਰ ਵਿਚਾਰਾਂ ਤੇ ਚਰਚਾ। ਵਾਪਸੀ ਕਰਦੇ ਹਾਂ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿੱਚ। ਕੁਲਦੀਪ ਜੀ, ਤੁਸੀਂ ਹੁਣੇ ਜ਼ਿਕਰ ਜਿਹੜਾ ਪੀਟੀਸੀ ਦਾ ਕੀਤਾ ਤੇ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਸੀਗੀ, ਅਸੀਂ ਵੀ ਇਹ ਜਾਣਦੇ ਹਾਂ ਕਿ ਵਪਾਰਕ ਨਜ਼ਰੀਏ ਤੋਂ ਉਹਨਾਂ ਲਈ ਗੁਰਬਾਣੀ ਦਾ ਪ੍ਰਸਾਰਣ ਕਰਨਾ ਜਿਹੜਾ ਬਹੁਤ ਫਾਇਦੇਮੰਦ ਰਿਹਾ। ਇਸ ਕਰਕੇ ਹੀ ਉਹ ਚੈਨਲ ਆਮ ਤੌਰ ਤੇ ਕਿਹਾ ਜਾਂਦਾ ਕਿ ਉਹ ਐਸਟੈਬਲਿਸ਼ ਹੋ ਗਿਆ। ਤੁਹਾਡੇ ਵਿਚਾਰ ਮੁਤਾਬਕ ਇਹ ਪ੍ਰਸਾਰਣ ਜਿਹੜਾ ਆ ਉਹ ਕਿਵੇਂ ਹੋਣਾ ਚਾਹੀਦਾ? ਅਸੀਂ ਦੇਖਿਆ ਬੀਤੇ ਦਿਨੀ ਕਮੇਟੀ ਦੀ ਇੱਕ ਮੀਟਿੰਗ ਦੌਰਾਨ ਉਹਨਾਂ ਨੇ ਜਿਹੜੇ ਜਥੇਦਾਰ ਸਾਹਿਬ ਨੇ, ਭਾਈ ਸਾਹਿਬ, ਉਹਨਾਂ ਨੇ ਵੀ ਕਮੇਟੀ ਨੂੰ ਕਿਹਾ ਕਿ ਇੱਕ ਵੱਖਰਾ ਚੈਨਲ ਬਣਾਇਆ ਜਾਵੇ, ਇੱਕ ਆਪ ਦਾ ਚੈਨਲ ਬਣਾਇਆ ਜਾਵੇ। ਕੀ ਇਹ ਸਾਰੀਆਂ ਚੀਜ਼ਾਂ ਵੀ ਸਿਆਸਤ ਨਾਲ ਜੁੜੀਆਂ ਹੋਈਆਂ ਨੇ ਕਿ ਉਹ ਧਿਰ ਹੁਣ ਸਿਆਸਤ 'ਚ ਨਹੀਂ ਰਹੀ ਤੇ ਹੁਣ ਇਹ ਸਾਰੀਆਂ ਗੱਲਾਂ ਸਾਹਮਣੇ ਆਈਆਂ? ਦੋ ਤਿੰਨ ਅੜਚਣਾਂ ਨੇ ਜੀ ਇਸ ਮਾਮਲੇ 'ਚ। ਪਹਿਲੀ ਤਾਂ ਗੱਲ ਹੈ ਕਿ ਪੀਟੀਸੀ ਵਾਲਾ ਜਿਹੜਾ ਅਸੀਂ ਪਿਛਲੇ ਹਿੱਸੇ ਵਿੱਚ ਗੱਲਬਾਤ ਕੀਤੀ ਆ ਉਹ ਅਸੀਂ ਹੋਰ ਰੰਗ ਦੇ ਵਿੱਚ ਹੁਣ ਥੋੜ੍ਹਾ ਜਿਹਾ ਅੱਗੇ ਚੱਲਦੇ ਹਾਂ ਜੀ। ਬਿਲਕੁਲ, ਜੋ ਗੁਰਬਾਣੀ ਦੇ ਪ੍ਰਸਾਰਣ ਦੇ ਹੱਕ ਨੇ ਜਾਂ ਉਹਨਾਂ ਬਾਰੇ ਕਿਵੇਂ ਤੇ ਕਦੋਂ ਫੈਸਲਾ ਲੱਗਿਆ, ਕੀ ਟੈਂਡਰ ਮੰਗੇ ਗਏ ਸੀ, ਕੀ ਜਾਣਕਾਰੀ ਲੈ ਗਈ ਸੀ, ਕੀ ਓਪਨ ਜਿਹੜਾ ਸੀ ਇੱਕ ਓਪਨ ਕੇਸ ਸੀ ਜਿਹੜਾ ਇਹਨੂੰ ਉੱਦਾਂ ਪੇਸ਼ ਕੀਤਾ ਗਿਆ, ਜਾਂ ਇਹ ਕਹਿ ਲਓ ਕਿ ਠੀਕ ਹੈ ਜੀ ਬਸ ਜੀ ਹੁਣ ਤੁਸੀਂ ਇਹਨਾਂ ਨੂੰ ਦੇ ਦਿਓ। ਅਸੀਂ ਦੇਖਿਆ ਬੀਤੇ ਦੇ ਵਿੱਚ ਸਮੇਂ-ਸਮੇਂ ਤੇ ਬਹੁਤ ਵੱਖਰੀਆਂ ਸ਼ਖਸੀਅਤਾਂ ਵੱਲੋਂ ਇਸ ਗੱਲ ਦੀ ਮੰਗ ਰੱਖੀ ਗਈ ਕਿ ਇਹਨਾਂ ਜਿਹੜਾ ਪ੍ਰਸਾਰਣ ਦੇ ਅਧਿਕਾਰ ਆ ਬਾਕੀ ਚੈਨਲਸ ਨੂੰ ਵੀ ਦਿੱਤੇ ਜਾਣ ਜਾਂ ਓਪਨ ਕਰ ਦਿੱਤੇ ਜਾਣ। ਜੀ ਹੁਣ ਮੈਂ ਗੱਲ ਕਰਦਾ ਜੀ, ਹੁਣ ਉਹ ਕੀ ਦਿੰਦਾ ਹੈ ਪੀਟੀਸੀ, ਇਹ ਤਾਂ ਸ਼੍ਰੋਮਣੀ ਕਮੇਟੀ ਜਾਣਦੀ ਹੈ ਜੀ। ਸਾਰੀ ਦੁਨੀਆ ਦੇ ਵਿੱਚ ਜਿਹੜਾ ਪ੍ਰਸਾਰਣ ਇਸ ਦਾ ਹੁੰਦਾ ਜੀ। ਹੁਣ ਇੱਕ ਤਾਂ ਇਹ ਕਿ ਸਟੈਂਡਰਡ ਡੈਫੀਨੇਸ਼ਨ ਦੇ ਵਿੱਚ ਹੁੰਦਾ, ਐਚਡੀ ਦੇ ਵਿੱਚ ਅੱਜ ਤੱਕ ਹੋ ਨਹੀਂ ਸਕਿਆ ਜੀ। ਕਿਉਂ ਨਹੀਂ ਹੋ ਸਕਿਆ? ਜਦੋਂ ਸਾਡਾ ਇੰਨਾ ਵੱਡਾ ਸਭ ਕੁਝ ਸਾਡੇ ਕੋਲ ਸਿਸਟਮ ਹੈ, ਦੁਨੀਆ ਵਿੱਚ ਛੋਟੀ ਚੀਜ਼ਾਂ ਜਿਹੜੀਆਂ ਹਨ ਐਚਡੀ ਦੇ ਵਿੱਚ ਤੇ ਇਸ ਤੋਂ ਵੀ ਉੱਪਰ ਕੁਆਲਿਟੀ ਦੇ ਵਿੱਚ 4K ਦੇ ਵਿੱਚ ਪੇਸ਼ ਕੀਤੀਆਂ ਜਾ ਰਹੀਆਂ ਨੇ ਤੇ ਇਹ ਕਿੱਥੇ ਦੀ ਗੱਲ ਸੀ? ਇਹ ਕਿੰਨਾ ਔਖਾ ਕੰਮ ਸੀ। ਚਲੋ ਹੁਣ ਅੱਗੇ ਚੱਲਦੇ ਹਾਂ ਜੀ। ਇੱਕ ਤਾਂ ਗੱਲ ਇਹ ਹੈ ਕਿ ਉਹ ਸ਼੍ਰੋਮਣੀ ਕਮੇਟੀ ਵੱਲੋਂ ਅੱਜ ਤੱਕ ਇਸ ਮਾਮਲੇ ਤੇ ਇਸ ਚੁੱਪ ਜੀ ਵੱਟੀ ਰੱਖੀ ਗਈ ਤੇ ਪਿਛਲੇ ਦਿਨਾਂ ਵਿੱਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖਤ ਸਾਹਿਬ ਦੇ
ਉਹਨਾਂ ਨੇ ਜਿਹੜੀ ਗੱਲ ਕੀਤੀ ਕਿ ਸ਼੍ਰੋਮਣੀ ਕਮੇਟੀ ਨੂੰ ਆਪਣਾ ਚੈਨਲ ਐਸਟੈਬਲਿਸ਼ ਕਰਨਾ ਚਾਹੀਦਾ ਜੀ। ਇਹ ਇਲਜ਼ਾਮ ਜਿਹੜੇ ਅਸੀਂ ਪਹਿਲਾਂ ਗੱਲ ਕੀਤੀ ਸੀ ਉਦੋਂ ਬਰਾਬਰ ਲੱਗ ਰਹੇ ਸਨ। ਬਿਲਕੁਲ। ਉਹਨਾਂ ਨੇ ਕਿਹਾ ਕਿ ਸਾਡਾ ਇਸ ਜਿਹਾ ਕਿਸੇ ਚੈਨਲ ਨਾਲ ਵਾਹ ਵਾਸਤਾ ਨਹੀਂ ਹੋਣਾ ਚਾਹੀਦਾ ਜਿੱਥੇ ਕੋਈ ਇਹੋ ਜਿਹੀ ਗੱਲਬਾਤ ਹੁੰਦੀ ਹੋਵੇ ਜੀ। ਖੈਰ ਅਕਾਲੀ ਦਲ ਦੀ ਸੁਪਰੀਮ ਲੀਡਰਸ਼ਿਪ ਅਜੇ ਇਸ ਮਾਮਲੇ ਤੇ ਪੂਰਨ ਤੌਰ ਤੇ ਚੁੱਪ ਹੈ ਜੀ। ਉਹ ਇੱਥੇ ਦੋ ਧਾਰੀ ਤਲਵਾਰ ਉਹਨਾਂ ਵਾਸਤੇ ਹੋਵੇਗੀ, ਜੇ ਹੱਕ ਵਿੱਚ ਬੋਲਦੇ ਨੇ ਤਾਂ ਮਾੜੀ ਗੱਲ ਹੈ, ਜੇ ਵਿਰੋਧ ਵਿੱਚ ਬੋਲਦੇ ਨੇ ਤਾਂ ਮਾੜੀ ਗੱਲ ਹੈ ਜੀ। ਹੁਣ ਉਹ ਚੁੱਪ ਨੇ, ਪਰ ਸ਼੍ਰੋਮਣੀ ਕਮੇਟੀ ਨੇ ਆਪਣੇ ਤੌਰ ਤੇ ਪਹਿਲ ਕਦਮੀ ਕਰਦੇ ਹੋਏ ਇਸ ਘਟਨਾ ਤੋਂ ਬਾਅਦ ਇੱਕ ਕਮੇਟੀ ਦਾ ਗਠਨ ਕੀਤਾ ਹੈ ਜੋ ਸ਼੍ਰੋਮਣੀ ਕਮੇਟੀ ਦੇ ਆਪਣੇ ਚੈਨਲ ਚਲਾਉਣ ਦੀਆਂ ਸੰਭਾਵਨਾਵਾਂ ਤੇ ਵਿਚਾਰ ਕਰੇਗੀ ਜੀ ਕਿ ਚੈਨਲ ਕਿਵੇਂ ਚੱਲ ਸਕਦਾ ਹੈ। ਹੁਣ ਚੈਨਲ ਕਿਵੇਂ ਚੱਲ ਸਕਦਾ ਹੈ, ਜਿਹੜਾ ਪੀਟੀਸੀ ਦੀ ਗੱਲ ਹੈ, ਪੀਟੀਸੀ ਜਿਹੜਾ ਹੈ ਉਹ ਫ੍ਰੀ ਟੂ ਹੋਮ ਜਾਂ ਡਾਇਰੈਕਟ ਟੂ ਹੋਮ ਜਿਹੜਾ ਡੀਟੀਐਚ ਹੁੰਦਾ ਹੈ ਉਸ ਦੇ ਉੱਪਰ ਅਵੇਲੇਬਲ ਹੈ ਜਾਂ ਕੇਬਲ ਤੇ ਅਵੇਲੇਬਲ ਹੈ ਜੀ। ਹੁਣ ਉਹ ਕੇਬਲ ਤੇ ਅਵੇਲੇਬਲ ਹੋਣ ਕਰਕੇ ਜਿਹੜਾ ਹੈ ਉਹ ਪੰਜਾਬ ਦੇ ਜਾਂ ਦੁਨੀਆ ਇੰਡੀਆ ਦੇ ਵਿੱਚ ਜਿੱਥੇ ਜਿੱਥੇ ਇਹਨਾਂ ਦੀ ਡਿਸ਼ ਦੇ ਰਾਈਟਸ ਹਨ ਜਾਂ ਕੇਬਲ ਦੇ ਰਾਈਟ ਨੂੰ ਉੱਥੇ ਸਾਰਿਆਂ ਦੇ ਵਿੱਚ ਉਹ ਆਉਂਦਾ ਹੈ ਜੀ। ਓਵਰਆਲ ਇੰਡੀਆ ਦੇ ਜਿਹੜਾ ਕੇਬਲ ਜਾਂ ਡੀਟੀਐਚ ਦਾ ਪਲੇਟਫਾਰਮ ਉਸ ਤੇ ਪੀਟੀਸੀ ਮੌਜੂਦ ਹੈ ਜੀ। ਹੁਣ ਕੀ ਸ਼੍ਰੋਮਣੀ ਕਮੇਟੀ ਜੇ ਆਪਣਾ ਚੈਨਲ ਬਣਾਉਣ ਦਾ ਫੈਸਲਾ ਕਰ ਲੈਂਦੀ ਹੈ ਤੇ ਕੀ ਉਹ ਇਸ ਪਲੇਟਫਾਰਮ ਤੇ ਉਸ ਨੂੰ ਮੌਜੂਦ ਹੋਣ ਲਈ ਸਰਕਾਰ ਪਰਮਿਸ਼ਨ ਦੇਵੇਗੀ? ਕੀ ਪ੍ਰਸਾਰ ਭਾਰਤੀ ਉਹਨਾਂ ਨੂੰ ਜਗ੍ਹਾ ਦੇਵੇਗਾ? ਕੀ ਡੀਟੀਐਚ ਦੇ ਪਲੇਟਫਾਰਮ ਜਿਹੜੇ ਨੇ ਉਹਨਾਂ ਨੂੰ ਇਸ ਤਰ੍ਹਾਂ ਦਾ ਰਾਈਟ ਦੇਣਗੇ ਕਿ ਤੁਸੀਂ ਆਪਣਾ ਚੈਨਲ ਬਣਾਓ ਤੇ ਅਸੀਂ ਤੁਹਾਨੂੰ ਇੱਥੇ ਕਰਨ ਦੇ ਰਾਈਟ ਦਿੰਦੇ ਹਾਂ ਜੀ? ਇਹ ਹੁਣ ਦੇਖਣਾ ਪਏਗਾ ਕਿ ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਕਿੰਨੀ ਸਿੰਸੀਅਰ ਹੈ ਤੇ ਸਰਕਾਰ ਜਿਹੜੀ ਕੇਂਦਰ ਸਰਕਾਰ ਹੈ ਜਾਂ ਪ੍ਰਸਾਰ ਭਾਰਤੀ ਹੈ ਜਿਨ੍ਹਾਂ ਨੇ ਇਜਾਜ਼ਤ ਦੇਣੀ ਹੈ ਨਵੇਂ ਚੈਨਲ ਦੀ, ਉਹ ਕਿੰਨੇ ਕੁ ਸਿੰਸੀਅਰ ਨੇ। ਫਿਰ ਉਹ ਗੱਲ ਆ ਜਾਂਦੀ ਹੈ ਸੋਸ਼ਲ ਮੀਡੀਆ ਦੀ ਕਿ ਸੋਸ਼ਲ ਮੀਡੀਆ ਦੇ ਥਰੂ ਜਾਂ ਜਿਹੜਾ ਆਪਣੀ ਵੈਬਸਾਈਟ ਦੇ ਥਰੂ ਇੱਕ ਫੀਡ ਜਿਹੜੀ ਹੈ ਕੰਟੀਨਿਊਸ ਫੀਡ ਜਿਹੜੀ ਹੈ ਦਰਬਾਰ ਸਾਹਿਬ ਦੇ ਪ੍ਰਸਾਰਣ ਨੂੰ ਦੁਨੀਆ ਭਰ ਵਿੱਚ ਦੇ ਦਿੱਤੀ ਜਾਵੇ। ਪਰ ਫਿਰ ਉਹ ਲੋਕ ਵਾਂਝੇ ਹੋ ਜਾਣਗੇ ਜਿਹੜੇ ਸਿਰਫ ਅੱਜ ਟੀਵੀ ਤੋਂ ਦੇਖ ਰਹੇ, ਜਿਨ੍ਹਾਂ ਕੋਲ ਸਮਾਰਟਫੋਨ ਨਹੀਂ ਹੈ, ਲੈਪਟਾਪ ਨਹੀਂ ਹੈ, ਟੈਬ ਨਹੀਂ ਹੈ, ਆਈਪੈਡ ਨਹੀਂ ਹੈ, ਉਹ ਨਹੀਂ ਦੇਖ ਸਕਣਗੇ। ਉਹ ਦੇਖ ਸਕਣਗੇ ਤੇ ਜਿਹੜੇ ਇਕੱਲੇ ਡੀਟੀਐਚ ਤੇ ਜਾਂ ਕੇਬਲ ਤੇ ਡਿਪੈਂਡੈਂਟ ਨੇ ਉਹਨਾਂ ਨੂੰ ਫਿਰ ਪ੍ਰਸਾਰਣ ਨਹੀਂ ਮਿਲ ਸਕੇਗਾ। ਹਰ ਇੱਕ ਦਾ ਇੰਡੀਵਿਜੂਅਲ ਹੋਵੇਗਾ। ਘਰ ਵਿੱਚ ਕਾਮਨ ਸਮਾਰਟ ਟੀਵੀ ਤੇ ਤਾਂ ਸ਼ਾਇਦ ਆ ਜਾਵੇ ਪਰ ਦੂਸਰਿਆਂ ਤੇ ਨਹੀਂ ਆਵੇਗਾ। ਫਿਰ ਉਸ ਦੀਆਂ ਕੋਈ ਲਿਮਿਟੇਸ਼ਨ ਹੋਣਗੀਆਂ। ਉਹ ਲਿਮਿਟੇਸ਼ਨ ਅੱਜ ਵੀ ਹਨ ਅਮਰਤ ਜੀ। ਜਿਹੜੇ ਸਾਡੇ ਕੁਝ ਜਿਹੜੇ ਡਾਇਰੈਕਟ ਟੂ ਹੋਮ ਜਿਹੜੇ ਹੁੰਦੇ ਸੀ ਐਂਟੀਨਾ ਨਾਲ ਚੱਲਦੇ ਚੈਨਲ ਸੀ ਉਹ ਹੁਣ ਖਤਮ ਹੋ ਰਹੇ ਨੇ। ਅਜੇ ਵੀ ਪੀਟੀਸੀ ਲੈਣ ਲਈ ਜਿਹੜਾ ਮੌਜੂਦਾ ਚੈਨਲ ਹੈ, ਬਾਰ-ਬਾਰ ਨਾਂ ਲੈਣਾ ਚੰਗਾ ਨਹੀਂ ਲੱਗਦਾ, ਪਰ ਜਿਹੜੇ ਸਿੱਧੇ ਚੈਨਲ ਆ ਰਹੇ ਨੇ ਉਹਨਾਂ ਦੀ ਵੀ ਸਾਨੂੰ ਮਹੀਨੇ ਦੀ ਸਬਸਕ੍ਰਿਪਸ਼ਨ ਲੈਣੀ ਪੈਂਦੀ ਹੈ। ਸੋ ਗੁਰਬਾਣੀ ਦਾ ਪ੍ਰਸਾਰਣ ਫ੍ਰੀ ਹੋਵੇ, ਸਾਰਿਆਂ ਲਈ ਹੋਵੇ ਜਾਂ ਸੋਸ਼ਲ ਮੀਡੀਆ ਚੈਨਲਸ ਦੇ ਥਰੂ ਹੋਵੇ, ਫਿਰ ਉਸ ਦੀ ਇਨਕਮ ਜਿਹੜੀ ਹੈ ਉਹ ਜਿਹੜੀ ਹੈ ਸ਼੍ਰੋਮਣੀ ਕਮੇਟੀ ਆਪਣੇ ਕੰਮਾਂ ਲਈ ਵਰਤੇ, ਇਸ ਦੇ ਪ੍ਰਚਾਰ ਪ੍ਰਸਾਰ ਲਈ ਜਾਂ ਉਸ ਨੂੰ ਬਿਹਤਰ ਬਣਾਉਣ ਲਈ ਜਾਂ ਜਿਹੜੇ ਰਿਸੋਰਸਿਸ ਲੱਗਦੇ ਨੇ ਉਹਨਾਂ ਲਈ ਵਰਤਿਆ ਜਾਵੇ। ਇਸ ਦੇ ਨਾਲ ਜੌਬਸ ਪੈਦਾ ਹੋਣਗੀਆਂ, ਹੋਰ ਸਾਰਾ ਕੁਝ ਹੋਵੇਗਾ, ਪਰ ਆਪਣਾ ਬਣਾਉਣਾ ਚਾਹੀਦਾ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ। ਹੁਣ ਮੈਂ ਚੱਲਦਾ ਥੋੜਾ ਜਿਹਾ ਪਿੱਛੇ ਕਿ ਇਸੇ ਤਰ੍ਹਾਂ ਦਾ ਕੀ ਜਦੋਂ ਅਸੀਂ ਗੱਡੀ ਵਿੱਚ ਟਰੈਵਲ ਕਰਦੇ ਹਾਂ ਪੰਜਾਬ ਦੇ ਵਿੱਚ ਘੱਟੋ ਘੱਟ ਕੀ ਕੋਈ AM ਜਾਂ FM ਸਟੇਸ਼ਨ ਨਹੀਂ ਹੋਣਾ ਚਾਹੀਦਾ ਸੀ ਜਿੱਥੇ ਅਸੀਂ ਲਾਈਏ ਤੇ ਹਰ ਕੋਈ ਆਪਣੀ ਮਰਜ਼ੀ ਮੁਤਾਬਕ ਸ਼ਾਮ ਜਾਂ ਸਵੇਰੇ ਜਿਹੜਾ ਹੈ ਗੁਰਬਾਣੀ ਦਾ ਪ੍ਰਸਾਰਣ ਜਿਹੜਾ ਦਰਬਾਰ ਸਾਹਿਬ ਤੋਂ ਸੁਣ ਸਕੇ। ਕਈ ਲੋਕ ਕਹਿਣਗੇ ਕਿ ਆਲ ਇੰਡੀਆ ਰੇਡੀਓ ਤੋਂ ਆਉਂਦਾ ਹੈ, ਉਹ ਵੱਜਵੇਂ ਸਮੇਂ ਲਈ ਭਾਈ ਸਵੇਰ ਨੂੰ ਜਾਂ ਸ਼ਾਮ ਨੂੰ ਇੱਕ ਆਉਂਦਾ ਹੈ, ਕੰਟੀਨਿਊਸ ਉਸ ਦਾ ਕੋਈ ਨਹੀਂ ਹੈ। ਪਰ ਕੀ ਸਰਕਾਰ ਅਜਿਹਾ ਇੱਕ ਚੈਨਲ ਸੈਟਅਪ ਕਰਨ ਦੀ ਇਜਾਜ਼ਤ ਦਿੰਦੀ ਹੈ? ਇਹ ਸਭ ਕੁਝ ਹੁਣ ਠੰਡੇ ਬਸਤੇ ਵਿੱਚ ਵੀ ਮੈਂ ਨਹੀਂ ਕਹਿ ਸਕਦਾ, ਪਰ ਲੰਬੇ ਜਿਹੇ ਇੱਕ ਰੂਟ ਤੇ ਇੱਕ ਪੈ ਗਿਆ, ਜਿਸ ਕਰਕੇ ਇਸ ਦੇ ਬਾਰੇ ਕੋਈ ਛੇਤੀ ਫੈਸਲਾ ਸ਼ਾਇਦ ਨਾ ਆ ਸਕੇ। ਪਰ ਪਹਿਲ ਕਦਮੀ ਸ਼੍ਰੋਮਣੀ ਕਮੇਟੀ ਦੀ ਇਹ ਪ੍ਰਸ਼ੰਸਾਯੋਗ ਹੈ। ਮੈਨੂੰ ਲੱਗਦਾ ਹੈ ਕਿ ਹੁਣ ਸ਼ਾਇਦ ਲੋਕਾਂ ਦੇ ਦਿਮਾਗ 'ਚ ਗੱਲ ਇੱਕ ਵਾਰੀ ਆ ਗਈ ਹੈ ਤੇ ਸ਼ਾਇਦ ਇਸ ਤੇ ਕੋਈ ਪਹਿਲ ਕਦਮੀ ਜਿਹੜੀ ਆ ਹੋ ਸਕੇ। ਤੇ ਤੁਸੀਂ ਇੰਜ ਕਹਿ ਲਓ ਕਿ ਜਿਹੜਾ ਬਦਲਾਵ ਸੀ ਸਿਆਸਤ ਦੇ ਵਿੱਚ ਆਇਆ ਤੇ ਉਹਦਾ ਜਿਹੜਾ ਅਸਰ ਹੈ ਇੱਧਰ ਵੀ ਦੇਖਣ ਨੂੰ ਮਿਲ ਸਕਦਾ ਆਉਣ ਵਾਲੇ ਸਮੇਂ। ਕਹਿ ਸਕਦਾ ਜੀ, ਪਰ ਮੈਂ ਸਮਝਦਾ ਕਿ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਹੁਣ ਗੁਰਬਾਣੀ ਦੀ ਗੱਲ ਹੈ ਜੇ ਇੱਕ ਚੈਨਲ ਜਿਹੜਾ ਹੈ ਉਹ ਆਪਣੇ ਤੌਰ ਤੇ ਉਸ ਕੋਲ ਰਾਈਟਸ ਹਨ ਤੇ ਉਹ ਸਾਰਾ ਸਭ ਕੁਝ ਪ੍ਰਸਾਰਿਤ ਕਰਦਾ ਸੀ। ਹੁਣ ਜਿਹੜਾ ਦਰਬਾਰ ਸਾਹਿਬ ਤੋਂ ਹੁਕਮਨਾਮਾ ਆਉਂਦਾ ਉਸ ਦੀ ਕਥਾ ਜਿਹੜੀ ਹੈ, ਵਿਆਖਿਆ ਜਿਹੜੀ ਹੈ ਮੰਜੀ ਸਾਹਿਬ ਦੀਵਾਨ ਹਾਲ ਤੋਂ ਹੁੰਦੀ ਹੈ, ਉਹ ਵੀ ਪ੍ਰਸਾਰਿਤ ਹੁੰਦੀ ਹੈ ਤੇ ਉਹ ਜੇ ਕੋਈ ਉਸੇ ਫੀਡ ਨੂੰ ਚੁੱਕ ਕੇ ਗਾਂਹ ਫਾਰਵਰਡ ਕਰ ਦਿੰਦਾ ਤਾਂ ਉਸ ਤੇ ਕਾਪੀਰਾਈਟ ਸਟ੍ਰਾਈਕ ਆ ਜਾਂਦੀ ਹੈ। ਉਹ ਫਿਰ ਪੀਟੀਸੀ ਦਾ ਕਾਪੀਰਾਈਟ ਹੋ ਗਿਆ। ਹੁਣ ਇਸੇ ਤਰ੍ਹਾਂ ਇਹ ਨਹੀਂ ਹੋਣਾ ਚਾਹੀਦਾ। ਬਾਣੀ ਤੇ ਕਾਪੀਰਾਈਟ ਤਾਂ ਕਿਸੇ ਦਾ ਨਹੀਂ ਹੋਣਾ ਚਾਹੀਦਾ। ਗੁਰੂ ਸਾਹਿਬ ਤੋਂ ਬਿਨਾਂ ਜਿਨ੍ਹਾਂ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਹੋਈ ਹੈ ਕਿਸੇ ਨੂੰ ਕਾਪੀਰਾਈਟ ਨਹੀਂ ਦਿੱਤਾ ਕਿ ਫਲਾਨਿਆ ਤੂੰ ਹੀ ਪੜ੍ਹ ਸਕਦਾ ਹੈ ਤੇ ਤੂੰ ਹੀ ਇਸ ਦਾ ਪ੍ਰਚਾਰ ਪ੍ਰਸਾਰ ਕਰ ਸਕਦਾ ਹੈ। ਸਭ ਨੂੰ ਅਧਿਕਾਰ ਹੈ, ਹਰੇਕ ਭਾਸ਼ਾ ਵਿੱਚ ਛਾਪੇ ਜਾਣ ਦਾ ਅਧਿਕਾਰ ਹੈ, ਸਭ ਕੁਝ ਹੈ। ਗੁਰੂ ਗ੍ਰੰਥ ਸਾਹਿਬ ਦੀ ਛਪਾਈ ਬਾਰੇ, ਸਰੂਪਾਂ ਬਾਰੇ ਕੁਝ ਗੱਲਾਂ ਹਨ, ਪਰ ਗੁਰਬਾਣੀ ਪੜ੍ਹਨ ਦੀ ਤਾਂ ਰੋਕਥਾਮ ਕਿਸੇ ਨੂੰ ਨਹੀਂ ਹੈ। ਇਹ ਸਭ ਕੁਝ ਜਿਹੜਾ ਹੈ ਸੰਗਤ ਦੇ ਸਾਹਮਣੇ ਕੁਝ ਕਲੀਅਰ ਰੂਪ ਦੇ ਵਿੱਚ ਸਾਹਮਣੇ ਆਵੇ, ਅਜਿਹੀ ਉਮੀਦ ਕਰਦੇ ਹਾਂ। ਕੁਲਦੀਪ ਜੀ, ਆਪਾਂ ਅਗਲੇ ਵਿਸ਼ੇ ਦੀ ਗੱਲ ਕਰੀਏ ਤੇ ਇਸੇ ਸਿਆਸੀ ਧਿਰ ਨਾਲ ਜੁੜੀ ਹੋਈ ਜਿਹੜੀ ਗੱਲ ਆ, ਬਿਕਰਮਜੀਤ ਸਿੰਘ ਮਜੀਠੀਆ ਇਹਨਾਂ ਦੇ ਵੱਡੇ ਲੀਡਰ ਨੇ ਬਹੁਤ ਲੰਬੇ ਸਮੇਂ ਤੋਂ ਕੇਸ ਜਿਹੜਾ ਲਟਕਦਾ ਸੀ, ਪਰ ਅੰਤ ਨੂੰ ਦਸੰਬਰ ਦੇ ਵਿੱਚ ਸਰਕਾਰ ਜਾਂਦੀ ਇੱਕ FIR ਦਰਜ ਕਰ ਗਈ।
ਸੁਪਰੀਮ ਕੋਰਟ ਨੇ ਕੁਝ ਦਿਨਾਂ ਦੀ ਮੋਹਲਤ ਦੇ ਦਿੱਤੀ, ਉਹਨੂੰ ਬੇਲ ਵੀ ਕਹਿ ਦਿੱਤਾ ਗਿਆ, ਪਰ ਬੇਸਿਕਲੀ ਉਹ ਸਿਰਫ ਮੋਹਲਤ ਸੀ ਇਲੈਕਸ਼ਨ ਲੜਨ ਤੱਕ ਦੀ। ਤੇ ਉਸ ਤੋਂ ਬਾਅਦ ਇਹਨਾਂ ਨੂੰ 20 ਫਰਵਰੀ ਨੂੰ ਇਲੈਕਸ਼ਨ ਤੋਂ ਬਾਅਦ ਉਹਨਾਂ ਨੂੰ ਪੇਸ਼ ਹੋਣ ਦਾ ਸਮਾਂ ਦਿੱਤਾ ਗਿਆ ਸੀ ਤੇ ਉਹ ਲਗਭਗ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਤੇ ਉਹ ਅੰਦਰ ਹੀ ਨੇ। ਕੱਲ ਉਹਨਾਂ ਦੀ ਤਰੀਕ ਸੀ, ਅੱਜ ਵੀ ਤਰੀਕ ਸੀ। ਇੱਕ ਨਵੀਂ ਤਰ੍ਹਾਂ ਦੀ ਉਹਨਾਂ ਨੇ ਇੱਕ ਐਪਲੀਕੇਸ਼ਨ ਫਾਈਲ ਕੀਤੀ ਹੈ ਹਾਈ ਕੋਰਟ ਦੇ ਵਿੱਚ। ਉਹਨਾਂ ਨੇ ਕਿਹਾ ਕਿ ਮੈਨੂੰ ਜੇਲ੍ਹ ਦੇ ਵਿੱਚ ਖਤਰਾ ਹੈ। ਸਰਕਾਰ ਦੇ ਉੱਤੇ ਵੀ ਕੁਝ ਇਲਜ਼ਾਮ ਲਗਾਏ ਨੇ। ਕੀ ਕਹਾਣੀ ਹੈ ਜੀ, ਕਿੱਥੇ ਤੱਕ ਪਹੁੰਚਿਆ ਕੇਸ? ਦੇਖੋ, ਜੇਲ੍ਹ ਦੇ ਵਿੱਚ ਖਤਰਾ ਦਾ ਜੋ ਉਹਨਾਂ ਨੇ ਪਲੀ ਦਿੱਤੀ ਹੈ, ਇੱਕ ਤਾਂ ਉਹਨਾਂ ਨੇ ਮੀਡੀਆ ਰਿਪੋਰਟਸ ਵਗੈਰਾ ਹੋਰ ਸਾਰੀਆਂ ਗੱਲਾਂ ਜੋ ਬਿਕਰਮਜੀਤ ਮਜੀਠੀਆ ਦੇ ਖਿਲਾਫ ਜੋ ਲੋਕ ਬੋਲ ਰਹੇ ਨੇ ਉਹਨਾਂ ਦੇ ਬਿਆਨ ਕਿ ਦੇਖੋ ਉਹਨੂੰ ਖਤਰਾ ਹੋ ਸਕਦਾ ਹੈ। ਉਹਨਾਂ ਕਿਹਾ ਕਿ ਜੇਲ੍ਹ ਦੇ ਵਿੱਚ ਜੋ ਅਦਾਲਤ ਦੇ ਵਿੱਚ ਦਾਖਲ ਕਾਗਜ਼ ਨੇ ਉਹਨਾਂ ਵਿੱਚ ਆਖਿਆ ਗਿਆ ਹੈ ਕਿਉਂਕਿ ਉਸੇ ਜੇਲ੍ਹ ਦੇ ਵਿੱਚ ਕੁਝ ਖਤਰਨਾਕ ਖਾੜਕੂ, ਕੁਝ ਮਾੜੇ ਅਨਸਰ, ਕੋਈ ਡਕੈਤ, ਕੋਈ ਹੋਰ ਗੈਂਗਸਟਰ ਲਫ਼ਜ਼ ਵਰਤੇ ਗਏ ਨੇ ਕਿ ਉਹ ਲੋਕ ਉੱਥੇ ਜਿਹੜੇ ਨੇ ਮਾੜੇ ਅਨਸਰ ਬੈਠੇ ਹੋਏ ਨੇ ਤੇ ਉਹਨਾਂ ਤੋਂ ਬਿਕਰਮ ਸਿੰਘ ਮਜੀਠੀਆ ਨੂੰ ਜਿਹੜਾ ਹੈ ਉਹ ਖਤਰਾ ਹੈ ਜੀ। ਪਰ ਅਦਾਲਤ ਨੇ ਇਸ ਵਾਸਤੇ ਕੋਈ ਸਮਾਂ ਲਿਆ ਆਪਣੇ ਹਿਸਾਬ ਨਾਲ ਜੀ ਤੇ ਉਹਨਾਂ ਨੇ ਕਿਹਾ ਕਿ ਦੇਖੋ ਗੱਲ ਹੈ ਕਿ ਅਸੀਂ ਇਸ ਕੇਸ ਨੂੰ ਥੋੜਾ ਜਿਹਾ ਹੋਰ ਪੈਰਵਾਈ ਕਰਨਾ ਚਾਹੁੰਦੇ ਤੇ ਫਿਰ ਵੇਖਦੇ ਹਾਂ ਕਿ ਵਾਕਿਆ ਉਹਨਾਂ ਨੂੰ ਖਤਰਾ ਹੈ ਜਾਂ ਨਹੀਂ ਜੀ। ਜੇਲ੍ਹ ਪ੍ਰਸ਼ਾਸਨ ਤੋਂ ਉਹਨਾਂ ਨੇ ਜਿਹੜੇ ਸੀ ਉਹ ਸਬੂਤ ਵਗੈਰਾ ਮੰਗੇ ਕਿ ਤੁਸੀਂ ਦੱਸੋ ਇਸ ਬਾਰੇ ਕੀ ਆਖਦੇ ਹੋ ਜੀ। ਤੇ ਜੇਲ੍ਹ ਵਾਰਡਨ ਸਾਹਿਬ ਨੇ ਕਹਿ ਦਿੱਤਾ ਕਿ ਜੇ ਉਹਨਾਂ ਨੂੰ ਕੋਈ ਖਤਰਾ ਨਹੀਂ ਹੈ ਇੱਥੇ ਕਿਸੇ ਕਿਸਮ ਦੀ, ਤੇ ਜੇ ਉਹਨਾਂ ਨੂੰ ਲੱਗਦਾ ਤੇ ਮੈਂ ਕੁਰਸੀ ਢਾ ਕੇ ਉਹਨਾਂ ਦੀ ਬੈਰਕ ਦੇ ਬਾਹਰ ਜਿਹੜਾ ਬੈਠ ਜਾਂਦਾ ਤੇ ਮੈਂ ਫਿਰ ਜ਼ਿੰਮੇਵਾਰ ਹੋਵਾਂਗਾ, ਉਹਨਾਂ ਨੂੰ ਕੋਈ ਖਤਰਾ ਨਹੀਂ ਹੈ ਤੇ ਉਹ ਜਿੱਥੇ ਬੈਠੇ ਨੇ ਬਿਲਕੁਲ ਠੀਕ ਹੈ। ਸੋ ਅਦਾਲਤ ਨੇ ਹਾਲ ਦੀ ਘੜੀ ਇੱਕ ਝਟਕਾ ਜਿਹਾ ਬਿਕਰਮ ਮਜੀਠੀਆ ਨੂੰ ਦਿੱਤਾ ਕਿ ਤੁਸੀਂ ਜਿੱਥੇ ਹੋ ਜਿਵੇਂ ਹੋ ਉਵੇਂ ਹੀ ਰਹੋਗੇ, ਤੁਹਾਨੂੰ ਕਿਸੇ ਖਾਸ ਸੈੱਲ ਦੇ ਵਿੱਚ ਜਾਂ ਕਿਸੇ ਖਾਸ ਪਾਸੇ ਵੱਲ ਨਹੀਂ ਭੇਜਿਆ ਜਾਵੇਗਾ ਜੀ। ਕੁਝ ਮੁਹਲਤਾਂ ਉਹਨਾਂ ਵੱਲੋਂ ਮੰਗੀਆਂ ਜਾ ਰਹੀਆਂ ਸੀ ਸਮੇਂ-ਸਮੇਂ ਤੇ, ਉਹ ਵੀ ਉਹਨਾਂ ਨੂੰ ਜਿਹੜਾ ਉਹ ਰੋਕ ਦਿੱਤੀਆਂ ਗਈਆਂ ਨੇ। ਪਰ ਜਿਵੇਂ ਮੈਂ ਇੱਥੇ ਸਮਝਦਾ ਕਿ ਆਮ ਲੋਕ ਜਿਹੜੇ ਨੇ ਉਹ ਹਾਲੇ ਤੱਕ ਦੇਖੋ ਕਾਨੂੰਨ ਤਾਂ ਇਹ ਕਹਿੰਦਾ ਕਿ ਜਿੰਨੀ ਦੇਰ ਤੱਕ ਕਿਸੇ ਨੂੰ ਜਿਹੜਾ ਉਸਦਾ ਕ੍ਰਾਈਮ ਹੈ ਜਿਸ ਦੇ ਵਿੱਚ ਉਹ ਬੰਦ ਹੈ ਜਾਂ ਕੇਸ ਭੁਗਤ ਰਿਹਾ ਕੋਈ, ਜਿੰਨੀ ਦੇਰ ਤੱਕ ਉਸ ਤੇ ਸਾਬਤ ਨਹੀਂ ਹੋ ਜਾਂਦਾ ਜੀ ਉਨੀ ਦੇਰ ਤੱਕ ਉਹ ਬੇਗੁਨਾਹ ਹੈ। ਬਿਲਕੁਲ ਅਸੀਂ ਬੇਗੁਨਾਹ ਮੰਨ ਕੇ ਗੱਲ ਕਰਦੇ ਹਾਂ ਕਿ ਬਿਕਰਮ ਮਜੀਠੀਆ ਨੂੰ ਜੇਲ੍ਹ ਦੇ ਵਿੱਚ ਰਹਿਣਾ ਪੈ ਰਿਹਾ ਹੈ ਕਿ ਸ਼ਾਇਦ ਕੋਈ ਇਹੋ ਜਿਹਾ ਕੇਸ ਹੈ ਜਿਸ ਕਰਕੇ ਉਹਨਾਂ ਨੂੰ ਬੇਲ ਨਹੀਂ ਮਿਲ ਰਹੀ। ਜਦੋਂ ਉਹਨਾਂ ਨੇ ਇਹ ਕਿਹਾ ਕਿ ਮੇਰਾ ਜਗ੍ਹਾ ਚੇਂਜ ਕੀਤੀ ਜਾਵੇ ਜਾਂ ਮੈਨੂੰ ਉੱਚੀ ਸੁਰੱਖਿਆ ਜਿਹੜੀ ਹੈ ਦਿੱਤੀ ਜਾਵੇ ਜੇਲ੍ਹ ਦੇ ਵਿੱਚ ਜੀ, ਮੈਨੂੰ ਉਸ ਤੋਂ ਇਸ ਤਰ੍ਹਾਂ ਲੱਗਿਆ ਕਿ ਜਿਵੇਂ ਸ਼ਾਇਦ ਉਹਨਾਂ ਨੂੰ ਇਸ ਗੱਲ ਦਾ ਆਭਾਸ ਹੈ, ਉਹਨਾਂ ਨੂੰ ਅੰਦਾਜ਼ਾ ਹੈ ਇਸ ਗੱਲ ਦਾ ਕਿ ਮੈਨੂੰ ਲੰਬਾ ਸਮਾਂ ਲਈ ਜਿਹੜਾ ਹੈ ਉਹ ਅੰਦਰ ਸਲਾਖਾਂ ਦੇ ਪਿੱਛੇ ਰਹਿਣਾ ਪੈ ਸਕਦਾ ਜੀ। ਸੁਖਪਾਲ ਸਿੰਘ ਖਹਿਰਾ ਵੀ ਰਹੇ ਨੇ, ਕਾਫੀ ਦਿਨ ਉਹਨਾਂ ਨੂੰ ਰਹਿਣਾ ਪਿਆ ਪਰ ਉਹ ਵਾਪਸ ਆ ਗਏ ਸੀ। ਸੋ ਉਹ ਈਡੀ ਵਾਲਾ ਕੇਸ ਸੀ, ਇਹ ਡਰੱਗ ਵਾਲਾ ਕੇਸ ਹੈ। ਇਹ ਸਭ ਕੁਝ ਜਿਹੜਾ ਹੈ ਇਸ ਵੇਲੇ ਬੜੀ ਸਿਆਸਤ ਜਿਹੀ ਚੱਲ ਰਹੀ ਹੈ ਤੇ ਕਿਵੇਂ ਬਿਕਰਮ ਮਜੀਠੀਆ ਦਾ ਹੁਣ ਜਿਹੜਾ ਅਗਲਾ ਜੀਵਨ ਜਿਹੜਾ ਰਾਜਨੀਤਿਕ ਸਫ਼ਰ ਹੈ ਜਿਹੜਾ ਉਹ ਕਿਵੇਂ ਕਿੱਧਰ ਨੂੰ ਚੱਲੇਗਾ ਇਸ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ। ਪਰ ਹਾਲ ਦੀ ਘੜੀ ਉਹਨਾਂ ਤੇ ਭਾਰੀ ਸਮਾਂ ਜਿਹੜਾ ਚੱਲ ਰਿਹਾ ਜੀ ਔਰ ਕੇਸ ਅਜੇ ਲੰਬਾ ਚੱਲੇਗਾ ਉਹਨਾਂ ਦਾ ਤੇ ਪਰ ਉਹਨਾਂ ਨੂੰ ਰਾਹਤ ਸ਼ਾਇਦ ਇਸ ਗੱਲ ਦੀ ਮਿਲ ਜਾਂਦੀ ਕਿ ਅੰਮ੍ਰਿਤਸਰ ਤੋਂ ਜਿਹੜਾ ਪੂਰਬੀ ਤੋਂ ਚੋਣ ਲੜਨ ਗਏ ਸੀ ਜਿੱਤ ਜਾਂਦੇ, ਪਰ ਜਿਵੇਂ ਕਹਿੰਦੇ ਨੇ ਕਿ ਫਾਇਦਾ ਜਿਹੜਾ ਸੀ ਉਹ ਆਮ ਆਦਮੀ ਪਾਰਟੀ ਨੂੰ ਹੋ ਗਿਆ ਤੇ ਨਵਜੋਤ ਸਿੰਘ ਸਿੱਧੂ ਤੇ ਬਿਕਰਮ ਮਜੀਠੀਆ ਦੋਵੇਂ ਉੱਥੋਂ ਚੋਣ ਹਾਰ ਗਿਆ। ਪਰ ਹਾਲ ਦੀ ਘੜੀ ਬਿਕਰਮਜੀਤ ਮਜੀਠੀਆ ਦੀ ਪਲੀ ਅਦਾਲਤ ਨੇ ਨਹੀਂ ਮੰਨੀ ਕਿ ਉਹਨਾਂ ਨੂੰ ਜੇਲ੍ਹ ਦੇ ਵਿੱਚ ਕਿਸੇ ਕਿਸਮ ਦਾ ਖਤਰਾ ਹੈ ਤੇ ਉਹਨਾਂ ਨੂੰ ਕੋਈ ਖਾਸ ਸੁਰੱਖਿਆ ਜਿਹੜੀ ਹੈ ਜੇਲ੍ਹ ਦੇ ਵਿੱਚ ਦਿੱਤੀ ਜਾਵੇ। ਪਰ ਇਸ ਨਾਲ ਜੇਲ੍ਹ ਪ੍ਰਸ਼ਾਸਨ ਨੇ ਆਪਣਾ ਪੱਖ ਤੇ ਅਦਾਲਤ ਵਿੱਚ ਰੱਖ ਦਿੱਤਾ ਹੈ। ਪਰ ਜੇ ਕੋਈ ਮਾੜੀ ਮੋਟੀ ਘਟਨਾ ਖੁਦਾ ਨਾ ਖਾਸਤਾ ਕਿਤੇ ਹੋ ਜਾਂਦੀ ਹੈ ਤਾਂ ਫਿਰ ਜ਼ਿੰਮੇਵਾਰੀ ਵੀ ਉਹਨਾਂ ਤੇ ਆਵੇਗੀ ਜੀ। ਕੁਲਦੀਪ ਜੀ, ਜਿਵੇਂ ਤੁਸੀਂ ਸਾਰੀ ਘਟਨਾ ਦਾ ਜ਼ਿਕਰ ਕੀਤਾ, ਇਹ ਗੱਲ ਬਿਲਕੁਲ ਦਰੁਸਤ ਆ ਕਿ ਉਹਨਾਂ ਦੀ ਹਿਫਾਜ਼ਤ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਜੇਲ੍ਹ ਪ੍ਰਸ਼ਾਸਨ ਦੀ ਹੀ ਹੈ। ਚਾਹੇ ਕੋਈ ਸਜ਼ਾ ਯਾਫਤਾ ਹੈ, ਚਾਹੇ ਕੋਈ ਨਿਆਇਕ ਹਿਰਾਸਤ ਵਿੱਚ ਹੈ, ਉਹਦੀ ਜ਼ਿੰਮੇਵਾਰੀ ਤਾਂ ਜੇਲ੍ਹ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਹੀ ਕਰਨੀ ਬਣਦੀ ਆ। ਪਰ ਇੱਥੇ ਵੀ ਸਿਆਸਤ ਜਿਹੜੀ ਆ ਉਹ ਭਾਰੀ ਹੋ ਰਹੀ ਆ ਤੇ ਬਿਕਰਮਜੀਤ ਸਿੰਘ ਮਜੀਠੀਆ ਨੇ ਇੱਕ ਫਾਈਲ ਸੁਪਰੀਮ ਕੋਰਟ ਦੇ ਵਿੱਚ ਵੀ ਐਪਲੀਕੇਸ਼ਨ ਜਿਹੜੀ ਦਿੱਤੀ ਆ ਕਿ ਜਿਹੜੀ ਸਾਰੀ ਦੀ ਸਾਰੀ ਇਹ ਆ ਕਵਾਇਦ ਦੀ ਜਿਹੜੀ FIR ਹੈ ਉਹਨੂੰ ਹੀ ਕੁਐਸ਼ ਕਰ ਦਿੱਤਾ ਜਾਵੇ। ਤੁਹਾਨੂੰ ਕੀ ਲੱਗਦਾ ਇਹ ਕੁਐਸ਼ ਹੋ ਸਕਦੀ ਹੈ ਕਿ ਨਹੀਂ? ਮੁਸ਼ਕਲ ਹੈ ਜੀ, ਇਸ ਤਰ੍ਹਾਂ ਕੁਐਸ਼ ਹੋਣ ਦੇ ਕੋਈ ਰੀਜ਼ਨ ਨਹੀਂ ਬਣਦੇ। ਤੁਸੀਂ ਦੇਖੋ ਇੱਕ ਪਾਸੇ ਤੇ ਅਦਾਲਤ ਉਹਨਾਂ ਨੂੰ ਜ਼ਮਾਨਤ ਵੀ ਨਹੀਂ ਦੇ ਰਹੀ ਜੀ ਕਿ ਇਸ ਕੇਸ ਦੇ ਵਿੱਚ ਜ਼ਮਾਨਤ ਦੇਣੀ ਵੀ ਵਾਜਬ ਨਹੀਂ ਹੈ ਕਿ ਸ਼ਾਇਦ ਉਹਨਾਂ ਤੇ ਹੋਵੇਗਾ ਕਿ ਸਬੂਤਾਂ ਤੇ ਕੁਝ ਜਣੇ ਇਹੋ ਜਿਹੀ ਗੱਲ ਕਰ ਸਕਦੇ ਨੇ। ਪਹਿਲਾਂ ਵੀ ਜਿਹੜੀ ਉਹਨਾਂ ਨੂੰ ਜ਼ਮਾਨਤ ਪੈਰੋਲ ਜਿਹੜੀ ਦਿੱਤੀ ਗਈ ਸੀ ਬੇਸਿਕਲੀ ਜਾਂ ਛੋੜ ਦਿੱਤੀ ਗਈ ਸੀ ਉਹ ਵੀ ਬਹੁਤ ਖਾਸ ਸ਼ਰਤਾਂ ਦੇ ਅਧੀਨ ਸੀ ਜਿਸ ਵਿੱਚ ਫੋਨ ਵਗੈਰਾ ਦੀ ਟ੍ਰੇਸਿੰਗ ਕਿੱਥੇ ਕਿਵੇਂ ਕਲੌਜ਼ ਸਭ ਕੁਝ ਜਿਹੜਾ ਹੈ ਸਭ ਕੁਝ ਪਾਇਆ ਜਾਂਦਾ ਹੈ। ਪਰ ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਕੁਐਸ਼ ਜਿਹੜਾ ਸੁਪਰੀਮ ਕੋਰਟ ਕਿਹੜੇ ਬੇਸਿਸ ਤੇ ਕੁਐਸ਼ ਕਰੇਗੀ ਜੀ। ਜੇ ਕੇਸ ਕੋਈ ਦਰਜ ਹੋਇਆ ਤੇ ਉਸ ਦੇ ਵਿੱਚ ਜਿਹੜੇ ਤੱਥ ਨੇ ਤੇ ਉਹਨਾਂ ਨੂੰ ਘੋਖੇ ਬਗੈਰ ਅਦਾਲਤ ਕਿਵੇਂ ਕੁਐਸ਼ ਕਰ ਸਕਦੀ ਹੈ? ਜਾਂ ਤਾਂ ਕੋਈ ਜਾਂਚ ਕਮੇਟੀ ਬੈਠੀ ਹੋਵੇ, ਉਹਨੇ ਜਾਂਚ ਕੀਤੀ ਹੋਵੇ ਤੇ ਰਿਪੋਰਟ ਦੇ ਦੇਵੇ ਕਿ ਨਹੀਂ ਇਸ ਦੇ ਵਿੱਚ ਕੁਝ, ਤੇ ਫਿਰ ਤੇ ਸੁਪਰੀਮ ਕੋਰਟ ਕੁਐਸ਼ ਕਰ ਸਕਦੀ ਹੈ। ਪਰ ਸਿਖਰਲੇ ਡੰਡੇ ਨੂੰ ਬਿਕਰਮ ਸਿੰਘ ਮਜੀਠੀਆ ਨੇ ਹੱਥ ਜ਼ਰੂਰ ਪਾਇਆ। ਪਰ ਅਦਾਲਤ ਹੈ, ਸੁਪਰੀਮ ਅਦਾਲਤ ਹੈ, ਸੁਪਰੀਮ ਕੋਰਟ ਹੈ, ਸਭ ਸਰਵਉੱਚ ਹੈ।
ਉਹ ਜਾਣਦੇ ਨੇ ਬਿਹਤਰ ਸਾਡੇ ਨਾਲੋਂ। ਜੀ। ਇਹ ਸਵਾਲ ਦਾ ਜਵਾਬ ਬਿਹਤਰ ਤਰੀਕੇ ਨਾਲ ਸੁਪਰੀਮ ਕੋਰਟ ਹੀ ਦੇ ਸਕਦੀ ਹੈ। ਸ਼ਾਇਦ ਕੋਈ ਇਹੋ ਜਿਹੀ ਕਲੌਜ਼ ਹੋਵੇ, ਕਿਸੇ ਵਕੀਲ ਨੇ ਦੱਸਿਆ ਹੀ ਹੋਵੇਗਾ ਬਿਕਰਮ ਸਿੰਘ ਮਜੀਠੀਆ ਨੂੰ ਜੀ ਕਿ ਭਾਈ ਤੁਸੀਂ ਇਸ ਤਰ੍ਹਾਂ ਦੀ ਜਿਹੜੀ ਪਟੀਸ਼ਨ ਹੈ ਉੱਥੇ ਪਾਓ, ਤੇ ਸ਼ਾਇਦ ਜਿਹੜਾ ਇਸ ਤਰ੍ਹਾਂ ਕੋਈ ਹੱਲ ਨਿਕਲ ਆਵੇ। ਹੋ ਸਕਦਾ ਕੋਈ ਹੱਲ ਹੋਵੇ, ਪਰ ਹਾਲ ਦੀ ਘੜੀ ਦਿਸਦਾ ਨਹੀਂ। ਵੱਡੇ ਵੱਡੇ ਲੋਕ ਨੇ ਤੇ ਵੱਡੇ ਵੱਡੇ ਵਕੀਲ ਨੇ, ਵੱਡੀਆਂ ਵੱਡੀਆਂ ਫੀਸਾਂ ਦੇ ਕੇ ਕੋਸ਼ਿਸ਼ ਜ਼ਰੂਰ ਕਰਦੇ ਨੇ, ਪਰ ਜਿਹੜੀ ਅਦਾਲਤ ਹੈ ਉਹ ਅਦਾਲਤ ਹੈ। ਸਮੇਂ ਦੀ ਗਰਭ ਦੇ ਵਿੱਚ ਨੇ ਇਹ ਫੈਸਲੇ, ਕੀ ਉਹਨਾਂ ਦੇ ਰਿਜ਼ਲਟ ਨਿਕਲਣਗੇ। ਸਮਾਂ ਹੈ ਇੱਕ ਬ੍ਰੇਕ ਦਾ, ਫਿਰ ਕਰਾਂਗੇ ਕੁਝ ਵਿਚਾਰਾਂ ਤੇ ਚਰਚਾ। ਪ੍ਰੋਗਰਾਮ ਵਿਚਾਰ ਚਰਚਾ 'ਚ ਬ੍ਰੇਕ ਤੋਂ ਬਾਅਦ ਵਾਪਸੀ ਕਰਦੇ ਹਾਂ। ਕੁਲਦੀਪ ਜੀ, ਅਸੀਂ ਕਾਫੀ ਗੱਲਾਂ ਕਰ ਲਈਆਂ ਅਕਾਲੀ ਸਿਆਸਤ ਦੀਆਂ। ਪੰਜਾਬ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਬਾਅਦ ਸਰਕਾਰ ਜਿਹੜੀ ਆ ਇੱਕ ਵੱਖਰੀ ਧਿਰ ਨੇ ਬਣਾਈ ਹੈ। ਇਸ ਤੋਂ ਪਹਿਲਾਂ ਇਹ ਕਿਹਾ ਜਾਂਦਾ ਸੀਗਾ ਕਿ ਰਵਾਇਤੀ ਪਾਰਟੀਆਂ ਹੀ ਸਰਕਾਰ ਚਲਾਉਂਦੀਆਂ ਨੇ। ਇਹ ਸਰਕਾਰ ਬਣ ਗਈ ਹੈ ਤੇ ਪੰਜਾਬ ਦੇ ਸਾਹਮਣੇ ਮਸਲਿਆਂ ਦਾ ਅੰਬਾਰ ਲੱਗਿਆ ਹੋਇਆ। ਤੁਹਾਨੂੰ ਕੀ ਲੱਗਦਾ ਕਿ ਪੰਜਾਬ ਸਰਕਾਰ ਇਹਨਾਂ ਮਸਲਿਆਂ ਨੂੰ ਦੇਖਣ ਲਈ ਤਤਪਰ ਆ, ਦੇਖ ਰਹੀ ਆ, ਜਾਂ ਫਿਰ ਇਸੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਉਹਦੇ ਜਿਹੜੇ ਸੁਪਰੀਮੋ ਨੇ ਉਹ ਤੇ ਭਗਵੰਤ ਮਾਨ ਹੁਣ 2 CM ਹੋ ਗਏ ਨੇ, 2 ਜੋੜੀਦਾਰ ਬਣ ਗਏ ਨੇ ਤੇ ਉਹ ਭਾਰਤ ਦੇ ਬਾਕੀ ਹਿੱਸਿਆਂ ਵੱਲ ਜ਼ਿਆਦਾ ਧਿਆਨ ਦੇ ਰਹੇ ਨੇ। ਬੀਤੇ ਦਿਨਾਂ ਦੀ ਗੁਜਰਾਤ ਦੌਰਾ ਤੇ ਅੱਜ ਦਾ ਹਿਮਾਚਲ ਦੌਰਾ। ਦੇਖੋ ਅੰਮ੍ਰਿਤ ਜੀ, ਗੱਲ ਇਹ ਹੈ ਜੀ, ਚਲੋ ਹਰ ਇੱਕ ਦੀਆਂ ਉਮੀਦਾਂ ਹੁੰਦੀਆਂ ਨੇ ਜੀ, ਉਡਾਰੀ ਮਾਰਨ ਦਾ ਜਜ਼ਬਾ ਹੁੰਦਾ ਹੈ ਕਿ ਮੈਂ ਹੁਣ ਆਹ ਕਰ ਲਿਆ, ਮੈਂ ਅੱਗੇ ਆਹ ਕਰਾਂਗਾ, ਉਹ ਕਰਾਂਗਾ। ਕੇਜਰੀਵਾਲ ਕੁਝ ਦਿਨ ਪਹਿਲਾਂ ਕਹਿ ਰਹੇ ਸੀ ਪੰਜਾਬ ਦੇ ਵਿੱਚ ਹੁਣ ਕੋਈ ਰਿਸ਼ਵਤ ਮੰਗਦਾ ਹੈ ਤੇ ਉਹਦੇ ਹੱਥ ਕੰਬਦੇ ਨੇ, ਡਰਦਾ ਹੈ ਪੰਜਾਬ ਵਿੱਚ ਰਿਸ਼ਵਤ ਤੋਂ ਬਿਨਾਂ ਕੰਮ ਹੋਣ ਲੱਗ ਪਏ ਨੇ। ਜੀ ਬਿਲਕੁਲ। ਇੰਨੀ ਓਵਰ ਸਟੇਟਮੈਂਟ ਦੇਣੀ ਅਜੇ ਵਾਜਬ ਨਹੀਂ ਜੀ। ਰਿਸ਼ਵਤ ਤੋਂ ਬਿਨਾਂ ਕੰਮ ਕਿਸ ਤਰ੍ਹਾਂ ਹੋਣ ਲੱਗ ਪਏ ਨੇ? ਅਜੇ ਤੇ ਕੰਮ ਹੀ ਨਹੀਂ ਹੋ ਰਿਹਾ। ਤਹਿਸੀਲਦਾਰਾਂ ਨੂੰ ਤਾਂ ਹੁਕਮ ਚਾੜਿਆ ਹੋਇਆ ਕਿ ਤੁਸੀਂ, ਉਹਨਾਂ ਨੇ 12 ਵਜੇ ਤੇ ਆਫਿਸ ਹੋ ਜਾਂਦੇ ਨੇ ਆਫ। ਜੀ। ਤਹਿਸੀਲਾਂ ਦੇ ਵਿੱਚ ਕੰਮ ਨਹੀਂ ਹੋ ਰਿਹਾ, ਹਸਪਤਾਲਾਂ ਦੇ ਵਿੱਚ ਸਟਾਫ ਨਹੀਂ ਹੈ, ਸਕੂਲਾਂ ਦੇ ਵਿੱਚ ਪੂਰਾ ਸਟਾਫ ਨਹੀਂ ਹੈ, ਪੇਪਰ 10ਵੀਂ ਦੇ ਇੱਕ ਜਗ੍ਹਾ ਤੇ ਲੀਕ ਆਊਟ ਹੋ ਗਿਆ। ਹੋਰ ਇਹੋ ਜਿਹੀਆਂ ਗੱਲਾਂ ਤੇ ਹੋ ਰਹੀਆਂ, ਬਹੁਤ ਕੁਝ ਹੋ ਰਿਹਾ। ਤੇ ਤੁਸੀਂ ਕਿਵੇਂ ਕਹਿ ਰਹੇ ਹੋ ਕਿ ਇੱਥੇ ਜਿਹੜਾ ਗਲਤ ਕੰਮ ਨਹੀਂ ਹੋ ਰਿਹਾ? ਦੂਸਰੇ ਪਾਸੇ ਕਤਲ ਤੇ ਕਤਲ ਹੋ ਰਹੇ ਨੇ। ਅੱਜ ਵੀ ਪਟਿਆਲੇ ਦੇ ਵਿੱਚ 2 ਕਤਲ ਹੋਏ ਨੇ। ਇਸੇ ਤਰ੍ਹਾਂ ਕਾਮੇਡੀਅਨ ਨੇ ਗੁਰਚੇਤ ਚਿੱਤਰਕਾਰ, ਉਹਨਾਂ ਦੇ ਸਹੁਰੇ ਦਾ ਕਤਲ ਹੋ ਗਿਆ। ਚਲੋ ਇਹ ਲਾਅ ਐਂਡ ਆਰਡਰ ਨਾਲ ਸੰਬੰਧਿਤ ਗੱਲਾਂ ਨੇ। ਕੁਝ ਗੱਲਾਂ ਜਿਹੜੀਆਂ ਨੇ ਉਹ ਵਾਪਰਦੀਆਂ ਰਹਿੰਦੀਆਂ ਨੇ। ਚੰਗੇ ਵਿਕਸਿਤ ਮੁਲਕਾਂ ਦੇ ਵਿੱਚ ਵੀ ਜਿੱਥੇ ਲਾਅ ਐਂਡ ਆਰਡਰ ਬਹੁਤ ਸਖਤ ਹੁੰਦਾ, ਉੱਥੇ ਵੀ ਇਹੋ ਜਿਹੀਆਂ ਵਾਪਰ ਜਾਂਦੀਆਂ ਨੇ। ਜੀ। ਪਰ ਸਰਕਾਰ ਦੀ ਓਵਰਆਲ ਕਾਰਜਕਾਰੀ ਜਿਹੜੀ ਹੈ ਪਿਛਲੇ ਦਿਨਾਂ ਦੀ, ਉਹ ਬੜੀ ਅਪ ਐਂਡ ਡਾਊਨ ਜੀ ਰਹੀ ਹੈ। ਕੁਝ ਮਸਲਿਆਂ ਤੇ ਜਿਵੇਂ ਉਹਨਾਂ ਨੇ, ਭਗਵੰਤ ਮਾਨ ਨੇ, ਉਹ ਰੋਜ਼ਾਨਾ ਇੱਕ ਜਿਹੜਾ ਨਾ ਇੱਕ ਦੁਪਹਿਰੋਂ ਬਾਅਦ ਇੱਕ ਗੱਲ ਹੁੰਦੀ ਹੈ ਕਿ ਅੱਜ ਉਹਨਾਂ ਨੇ ਫਲਾਣੇ ਮੁੱਦੇ ਤੇ ਕਰਨਾ ਹੈ ਵੱਡਾ ਐਲਾਨ। ਜੀ। ਉਹ ਵੱਡਾ ਐਲਾਨ ਵੱਡਾ ਐਲਾਨ ਜ਼ਰੂਰ ਹੁੰਦਾ ਹੈ, ਪਰ ਕੋਈ ਇੰਨੇ ਜ਼ਿਆਦਾ ਵੱਡੇ ਐਲਾਨ ਨਹੀਂ। ਜੀ। 30,000 ਨੌਕਰੀਆਂ, 5,000 ਨੌਕਰੀਆਂ, ਇੰਨਾ ਭੱਤਾ। ਸਭ ਤੋਂ ਵੱਡੀ ਸਮੱਸਿਆ ਇਸ ਵੇਲੇ ਪੰਜਾਬ ਦੇ ਵਿੱਚ ਇਹ ਹੈ ਕਿ ਹਰ ਚੌਂਕ ਦੇ ਵਿੱਚ ਧਰਨਾ ਲੱਗਾ ਹੋਇਆ। ਜੀ। ਕਿਸਾਨ ਵੱਖਰੇ ਤੌਰ ਤੇ ਬੈਠੇ ਹੋਏ ਨੇ, ਅਧਿਆਪਕ ਵੱਖਰੇ ਤੌਰ ਤੇ ਬੈਠੇ ਹੋਏ ਨੇ, ਹੋਰ ਬੜੇ ਸੰਘਰਸ਼ੀ ਜਿਹੜੇ ਨੇ ਜਥੇਬੰਦੀਆਂ ਨੇ, ਉਹ ਆਪੋ ਆਪਣੇ ਥਾਂ ਤੇ ਬੈਠੀਆਂ ਹੋਈਆਂ ਨੇ। ਕਿਤੇ ਲਾਠੀ ਚਾਰਜ ਹੋ ਰਿਹਾ, ਕਿਤੇ ਅਧਿਆਪਕਾਂ ਤੇ ਹੋ ਰਿਹਾ, ਕਿਤੇ ਪਟਵਾਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਹੈ। ਪਰ ਸਰਕਾਰ ਸੁੱਤੀ ਨਹੀਂ ਪਈ ਹੈ। ਅੱਗੇ ਸਰਕਾਰ ਦੇ ਬਾਰੇ ਅਸੀਂ ਕਹਿੰਦੇ ਕਿ ਸਰਕਾਰ ਸੁੱਤੀ ਪਈ ਹੈ। ਜੀ। ਇਹ ਸੁੱਤੀ ਨਹੀਂ ਹੈ, ਜਾਗਦੀ ਵੀ ਹੈ, ਪਰ ਇਹ ਕਿਤੇ ਹੋਰ ਜਗ੍ਹਾ ਤੇ ਜਾ ਕੇ ਜਾਗਦੇ ਨੇ। ਜੀ। ਠੀਕ ਹੈ, ਐਸਪੀਰੇਸ਼ਨਸ ਹੁੰਦੀਆਂ ਨੇ, ਜਿਵੇਂ ਸ਼ੁਰੂ ਕੀਤੀ ਸੀ ਮੈਂ ਗੱਲ ਕਿ ਅਰਵਿੰਦ ਕੇਜਰੀਵਾਲ ਕਹਿੰਦੇ ਨੇ ਕਿ ਉਹਨਾਂ ਦੇ ਸਾਥੀਆਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹ ਤੇ ਹੁਣ ਪ੍ਰਧਾਨ ਮੰਤਰੀ ਦੇ ਅਹੁਦੇ ਵਾਸਤੇ ਉਮੀਦਵਾਰ ਨੇ। ਜੀ। ਠੀਕ ਹੈ, ਕਿਸੇ ਦਾ ਵੀ ਹੱਕ ਹੈ। ਮਾਇਆਵਤੀ ਨੇ ਵੀ ਕਿਤੇ ਵੀ ਆਖਿਆ ਸੀ ਕਿ ਮੈਂ ਵੀ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਉਮੀਦਵਾਰ ਹਾਂ। ਕੌਣ ਨਹੀਂ ਬਣਨਾ ਚਾਹੁੰਦਾ ਉਮੀਦਵਾਰ? ਖੈਰ, ਪਰ ਜਦੋਂ ਇਹ ਤੋਂ ਬਾਅਦ ਅਹਿਮਦਾਬਾਦ ਰੋਡ ਸ਼ੋਅ ਹੁੰਦਾ ਹੈ, ਗਾਂਧੀ ਨਿਕੇਤਨ ਦੇ ਵਿੱਚ ਜਾ ਕੇ ਜਿਹੜਾ ਹੈ ਉੱਥੇ ਜਾ ਕੇ ਚਰਖਾ ਕੱਤਿਆ ਜਾਂਦਾ ਹੈ ਭਗਵੰਤ ਮਾਨ ਵੱਲੋਂ, ਉਹ ਫੋਟੋਆਂ ਸਭ ਵੇਖਦੇ ਨੇ। ਤੇ ਅੱਜ ਹਿਮਾਚਲ ਦੇ ਮੰਡੀ ਸ਼ਹਿਰ ਦੇ ਵਿੱਚ ਰੋਡ ਸ਼ੋਅ ਹੋ ਰਿਹਾ ਕਿਉਂਕਿ ਹਿਮਾਚਲ ਦੇ ਵਿੱਚ ਇਲੈਕਸ਼ਨਾਂ ਨੇ ਇਸੇ ਸਾਲ। ਜੀ। ਪਰ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਬਣਨ ਨਾ ਬਣਨ, ਇਹ ਅਗਲਾ ਮਸਲਾ ਹੈ। ਆਮ ਆਦਮੀ ਪਾਰਟੀ ਨੇ ਪਿਛਲੀਆਂ 5 ਵਿਧਾਨ ਸਭਾ ਚੋਣਾਂ ਹੋਰ ਸੂਬਿਆਂ 'ਚ ਵੀ ਲੜੀਆਂ ਨੇ। ਜੀ। ਉੱਥੋਂ ਉਹਨਾਂ ਨੂੰ ਕੀ ਹਾਸਲ ਹੋਇਆ? ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਤੁਸੀਂ ਦੇਖ ਸਕਦੇ ਹੋ। ਪਰ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਆਊਟਰਾਈਟਲੀ ਵੋਟਾਂ ਪਾਈਆਂ ਨੇ। 92-93 ਸੀਟਾਂ ਕੋਈ ਛੋਟੀ ਮੋਟੀ ਗੱਲ ਨਹੀਂ, ਕੁੱਲ 117 ਨੇ। ਬਿਲਕੁਲ। ਇਹਨਾਂ ਵਿੱਚੋਂ ਇੰਨੀਆਂ ਸੀਟਾਂ ਮਿਲ ਜਾਣੀਆਂ ਤੇ ਸਭ ਵੱਡੇ ਥੰਮ ਡਿੱਗ ਪੈਣੇ ਤੇ ਪੂੰਝੇ ਜਾਣੇ ਤੇ ਆਮ ਆਦਮੀ ਪਾਰਟੀ ਨੂੰ ਇੰਨਾ ਵੱਡਾ ਫਤਵਾ ਮਿਲ ਜਾਣਾ। ਤੁਸੀਂ ਪਹਿਲਾਂ ਪੰਜਾਬ ਦਾ ਤੇ ਕੋਈ ਸਵਾਰ ਲਓ। ਜੀ। ਸਭ ਤੋਂ ਵੱਡੀ ਮੁਸ਼ਕਲ ਪੰਜਾਬ ਦੀ ਇਸ ਵੇਲੇ ਬਿਜਲੀ ਹੈ। ਜੀ। ਕਿਸਾਨ ਬੇਹਾਲ ਨੇ, ਬਿਜਲੀ ਦੇ ਕੱਟ ਲਾਉਣੇ ਵੱਡੇ ਵੱਡੇ ਸ਼ੁਰੂ ਕਰ ਦਿੱਤੇ ਗਏ ਨੇ। ਕਣਕ ਦਾ ਖਰੀਦ ਸੀਜ਼ਨ ਫੁੱਲ ਸਵਿੰਗ ਤੇ ਹੈ। ਉਹੀ ਗੱਲਾਂ ਸੁਣ ਰਹੇ ਆ ਕਿ ਹਰ ਸਾਲ ਬਿਆਨ ਆਉਂਦੇ ਨੇ ਕਿ ਕਿਸੇ ਕਿਸਮ ਦੀ ਕਿਸਾਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੋਣ ਦਿੱਤੀ ਜਾਊਗੀ, ਪੇਮੈਂਟ ਇੰਨੀ ਦੇਰ ਦੇ ਵਿੱਚ ਆਵੇਗੀ,
ਮੰਡੀਆਂ 'ਚ ਚੁਕਾਈ ਜਿਹੜੀ ਇੰਨੀ ਦੇਰ 'ਚ ਹੋ ਜਾਵੇਗੀ ਜੀ। ਔਰ ਅਨਾਜ ਖਰਾਬ ਨਹੀਂ ਹੋਣ ਦਿੱਤਾ ਜਾਏਗਾ, ਬਾਰਦਾਨਾ ਸਮੇਂ ਸਿਰ ਮਿਲੇਗਾ, ਸਾਰੀਆਂ ਗੱਲਾਂ ਅਜੇ ਹੋਣੀਆਂ ਨੇ। ਉਹੀ ਪੋਰਟਲ ਬਣੇ ਹੋਏ ਨੇ ਪਿਛਲੇ 2 ਸਾਲਾਂ ਦੇ ਜੋ ਆਨਲਾਈਨ ਪੇਮੈਂਟ ਦੇ ਪਹਿਲਾਂ ਬਣਾਏ ਸਨ। ਜੀ ਇਹ ਸਭ ਕੁਝ ਸਰਕਾਰ ਨੂੰ ਬਿਹਤਰ ਕਰਨ ਵਾਸਤੇ ਪਹਿਲਾਂ ਤੋਂ ਕੰਮ ਕਰਨਾ ਚਾਹੀਦਾ। ਮੰਡੀ ਦੇ ਰੋਡ ਸ਼ੋਅ ਤਾਂ ਫੇਰ ਵੀ ਨਿਕਲ ਜਾਣਗੇ ਹਿਮਾਚਲ ਦੇ। ਨਹੀਂ ਜੀ, ਮੰਡੀ ਦਾ ਰੋਡ ਸ਼ੋਅ ਬਹੁਤ ਜ਼ਰੂਰੀ ਸੀ ਕਿਉਂਕਿ ਬੀਜੇਪੀ 42ਵੀਂ ਆਪਣੀ ਜਨਮ ਤਿਥੀ ਮਨਾ ਰਹੀ ਆ ਤੇ ਉਹਨਾਂ ਨੇ ਵੀ ਪ੍ਰੋਗਰਾਮ ਹਿਮਾਚਲ 'ਚ ਰੱਖਿਆ ਸੀ ਮੈਂ ਕਿਹਾ ਜੀ ਉਹ ਰੱਖ ਸਕਦੇ ਜਵਾਬ ਵੀ ਦੇਣਾ ਨਾ ਇੱਕ ਦੂਸਰੇ ਨੂੰ। ਜੀ ਉਹ ਦੇ ਸਕਦੇ ਨੇ। ਸੱਤਾਧਾਰੀ ਪਾਰਟੀ ਆ। ਜਿਹੜਾ ਰੋਡ ਸ਼ੋਅ ਇਹਨਾਂ ਨੇ ਇੱਕ ਅੰਮ੍ਰਿਤਸਰ ਦੇ ਵਿੱਚ ਕੱਢ ਲਿਆ ਸੀ, ਮੇਰੇ ਖਿਆਲ ਆਮ ਆਦਮੀ ਪਾਰਟੀ ਨੇ ਉਹੀ ਬਹੁਤ ਸੀ। ਇਸ ਤੋਂ ਬਾਅਦ ਵਧਾਈਆਂ ਦਾ ਸਿਲਸਿਲਾ ਹੁਣ ਰੁਕ ਜਾਣਾ ਚਾਹੀਦਾ, ਕੰਮ ਕਰਨ ਦੀ ਗੱਲ ਹੋਣੀ ਚਾਹੀਦੀ ਹੈ ਜੀ। ਬਿਜਲੀ ਦਾ ਸੰਕਟ ਬਹੁਤ ਵੱਡੇ ਪੱਧਰ ਤੇ ਇਸ ਵੇਲੇ ਪੰਜਾਬ ਤੇ ਪਿਆ ਹੋਇਆ ਜੀ। ਕੇਂਦਰੀ ਗ੍ਰਿਡ ਵਿੱਚੋਂ ਪੰਜਾਬ ਨੂੰ ਕੁਝ ਨਹੀਂ ਮਿਲ ਰਿਹਾ, ਕੋਲੇ ਦੀ ਘਾਟ ਵੀ ਹੋ ਸਕਦੀ ਹੈ, ਫਰਟੀਲਾਈਜ਼ਰ ਕਿਸਾਨਾਂ ਨੂੰ ਨਹੀਂ ਮਿਲ ਰਿਹਾ ਜੀ। ਅੱਗੇ ਝੋਨੇ ਦਾ ਸੀਜ਼ਨ ਵੀ ਆਉਣਾ, ਉਸ ਵਾਸਤੇ ਕੀ ਤਿਆਰੀਆਂ ਨੇ, ਕੀ ਟਰਾਂਸਫਰ ਇਨਫ ਹਨ। ਮਹਿਕਮਾ ਤੇ ਉਹੀ ਹੈ, ਉਹੀ ਗੱਲਾਂ ਹੋ ਰਹੀਆਂ ਨੇ ਜੋ ਕਿ ਹੋ ਰਹੀਆਂ ਸਨ ਤੇ ਇਹ ਇੰਪਰੂਵਮੈਂਟ ਵਾਲੇ ਸਾਈਨ ਅਜੇ ਦਿਸ ਨਹੀਂ ਰਹੇ ਜੀ। ਟਰਾਂਸਪੋਰਟ ਮਹਿਕਮੇ ਦੇ ਵਿੱਚ ਥੋੜਾ ਬਹੁਤਾ ਕੰਮ ਦੱਸਦੇ ਨੇ ਕਿ ਹੋ ਰਿਹਾ, ਕੁਝ ਐਲਾਨ ਹੋ ਰਹੇ ਨੇ, ਕੁਝ ਗੱਲਾਂ ਤੇ ਸਖਤੀਆਂ ਹੋ ਰਹੀਆਂ ਨੇ, ਪਰ ਉਸ ਲੈਵਲ ਦੀਆਂ ਨਹੀਂ ਜਿਸ ਲੈਵਲ ਦੀਆਂ ਲੋਕ ਉਮੀਦ ਰੱਖਦੇ ਨੇ। ਜੀ। ਔਰ ਇਹਨਾਂ ਵੱਲੋਂ ਜਿਸ ਤਰ੍ਹਾਂ ਦੀ ਕਾਰਜਕਾਰੀ ਹੁਣ ਤੱਕ ਵਿਖਾਈ ਗਈ ਹੈ ਉਹ ਢਿੱਲੀ ਕਾਰਜਕਾਰੀ ਮੈਂ ਇਸ ਨੂੰ ਆਖਾਂਗਾ। ਜੇ ਹੁਣ ਤੱਕ ਨੰਬਰ ਦੇਣੇ ਹੋਣ ਤਾਂ 10 ਦੇ ਵਿੱਚੋਂ 4-5 ਨੰਬਰ ਸਾਰੇ ਬਣਦੇ ਨੇ। ਜੀ। ਇੱਕ ਤੇ ਇਹ ਗੱਲ ਹੈ। ਦੂਸਰੀ ਗੱਲ ਹੈ ਕਿ ਅਜੇ ਮੈਨੂੰ ਜੋ ਲੱਗਦਾ ਹੈ ਕਿ ਜ਼ਿਆਦਾ ਦਿਖਾਵੇ ਦੇ ਤੌਰ ਤੇ ਹੋ ਰਿਹਾ ਕਿ ਵੱਡੇ ਵੱਡੇ ਐਲਾਨ ਕਰ ਦਿਓ, ਘੱਟੋ ਘੱਟ ਕੇ ਆਹ ਹੋ ਗਿਆ ਉਹ ਹੋ ਗਿਆ, ਪਰ ਐਲਾਨ ਕਰਨ ਵਾਲੇ ਤਾਂ ਜਿਵੇਂ ਪਹਿਲਾਂ ਵੀ ਇੱਕ ਮੁੱਖ ਮੰਤਰੀ ਬਣੇ ਸੀ, ਉਹਨਾਂ ਦੇ ਨਾਮ ਨਾਲ ਹੀ ਲੱਗਿਆ ਸੀ ਕਿ ਉਹਨਾਂ ਨੂੰ ਜੀ। ਚਲੋ ਮੈਂ ਗੱਲ ਕਰਦਾ ਜੀ ਕਿ ਇਹ ਹੁਣ ਇਹਨਾਂ ਦਾ ਕੰਮ ਕਰਨ ਦਾ ਵੇਲਾ ਹੈ ਤੇ ਕੰਮ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ, ਭਗਵੰਤ ਸਿੰਘ ਮਾਨ ਨੂੰ ਤੇ ਉਹਨਾਂ ਦੇ ਸਾਥੀਆਂ ਨੂੰ ਠੋਕ ਕੇ ਕਰਨਾ ਚਾਹੀਦਾ ਹੈ। ਪ੍ਰਧਾਨ ਮੰਤਰੀ ਬਣਨਗੇ 24 ਦੇ ਵਿੱਚ ਵੀ ਇਲੈਕਸ਼ਨਾਂ ਹੋਣੀਆਂ ਨੇ, ਕੋਈ ਗੱਲ ਨਹੀਂ। 29 ਵੀ ਪਿਆ ਤੇ 2033 ਵੀ ਪਿਆ, ਕੀ ਪਤਾ ਮੁੱਖ ਪ੍ਰਧਾਨ ਮੰਤਰੀ ਕਿਸ ਨੇ ਬਣਨਾ ਹੈ। ਪੰਜਾਬ ਜਿਸ ਨੇ ਤੁਹਾਨੂੰ ਇੰਨੇ ਵੱਡੇ ਬਹੁਮਤ ਨਾਲ ਜਿਤਾਇਆ, ਪੰਜਾਬ ਵੱਲ ਕਿਰਪਾ ਕਰਕੇ ਧਿਆਨ ਕਰੋ ਜੀ। ਜੀ ਬਿਲਕੁਲ, ਤੁਹਾਡੀ ਗੱਲ ਠੀਕ ਆ ਕਿ ਜਿਹੜੇ ਕੇਂਦਰ ਦੀ ਸਰਕਾਰ ਹੈ, ਜਿਹੜੀ ਸੈਂਟਰ ਸਰਕਾਰ ਆ, ਉਹਦਾ ਵੀ ਧਿਆਨ ਇਸ ਗੱਲ ਦੇ ਉੱਤੇ ਲੱਗਿਆ ਹੋਇਆ ਕਿ ਇਸ ਪਾਰਟੀ ਨੇ ਬਹੁਤ ਵੱਡੀ ਬਹੁਮਤ ਜਿਹੜਾ ਇੱਥੋਂ ਲਿਆ ਤੇ ਉਹਨਾਂ ਨੇ ਵੀ ਇਹਨਾਂ ਦੇ ਸਾਹਮਣੇ ਕੁਝ ਮੁਸ਼ਕਲਾਂ ਰੱਖੀਆਂ ਹੋਈਆਂ ਨੇ, ਜਿਵੇਂ ਚੰਡੀਗੜ੍ਹ ਦਾ ਮਸਲਾ ਹੈ, ਕੇਂਦਰ ਗ੍ਰਿਡ ਚੋਂ ਬਿਜਲੀ ਦੀ ਗੱਲ ਸੀ, ਕੋਲੇ ਤੋਂ ਲੈ ਕੇ ਸੀ, BBMB ਨੂੰ ਲੈ ਕੇ ਗੱਲਾਂ ਸੀ, ਬਹੁਤ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਆਉਂਦੀਆਂ, ਪਰ ਸਰਕਾਰ ਨੂੰ ਕਾਫੀ ਧਿਆਨ ਦੇਣ ਦੀ ਲੋੜ ਹੈ। ਜੇਕਰ ਅਸੀਂ ਪੰਜਾਬ ਦੀ ਹੀ ਸਿਆਸਤ ਦੇ ਅਗਲੇ ਸਵਾਲ ਦੀ ਗੱਲ ਕਰੀਏ ਤੇ ਇੱਕ ਧਿਰ ਅਜਿਹੀ ਸੀ ਜਿਹੜੀ ਸੱਤਾ ਦੇ ਵਿੱਚ ਬੈਠੀ ਸੀ ਤੇ ਲੱਗਦਾ ਸੀਗਾ ਕਿ ਸੱਤਾ ਜਿਹੜੀ ਆ ਉਹ ਰਿਪੀਟ ਕਰ ਲੈਣਗੇ, ਪਰ ਉਹ ਦੂਜੇ ਨੰਬਰ ਤੇ ਆ ਗਿਆ, ਸੀਟਾਂ ਵੀ 20 ਤੋਂ ਘਟ ਗਈਆਂ ਤੇ ਹੁਣ ਉਹਨਾਂ ਦੀ ਆਪਸੀ ਜਿਹੜੀ ਖਾਨਾ ਜੰਗੀ ਆ ਉਹ ਪਹਿਲਾਂ ਵੀ ਚੱਲਦੀ ਸੀ, ਚਾਹੇ ਉਹ ਸਿੱਧੂ ਸਾਹਿਬ ਤੇ ਕੈਪਟਨ ਸਾਹਿਬ ਦੀ ਸੀ, ਫਿਰ ਸਿੱਧੂ ਸਾਹਿਬ ਤੇ ਚੰਨੀ ਸਾਹਿਬ ਦੀ ਹੋ ਗਈ, ਸਾਰੇ ਸਾਹਿਬ ਨੇ ਉੱਥੇ ਤੇ ਇੱਕ ਹੋਰ ਸਾਹਿਬ ਨੇ ਅੱਜ ਕੱਲ੍ਹ ਸੁਨੀਲ ਜਾਖੜ ਸਾਹਿਬ, ਉਹਨਾਂ ਨੇ ਹੁਣ ਕੋਈ ਨਵੀਂ ਮੁਸੀਬਤ ਛੇੜੀ ਹੋਈ ਹੈ ਜੀ, ਉਹ ਕੀ ਗੱਲ ਹੈ? ਸੁਨੀਲ ਜਾਖੜ ਸਾਹਿਬ ਦੀ ਸਮੱਸਿਆ ਇਹ ਹੈ ਜੀ, ਇੱਕ ਤੇ ਮੈਂ ਸਾਹਿਬ ਲਫ਼ਜ਼ ਵਰਤਿਆ ਜੀ ਕਿਉਂਕਿ ਉਹ ਸਾਹਿਬ ਲਫ਼ਜ਼ ਬਹੁਤ ਵਰਤਦੇ, ਆਪ ਬਹੁਤ ਵਰਤਦੇ ਨੇ ਜੀ। ਇੱਕ ਵਾਰੀ ਤੇ ਉਹਨਾਂ ਦੀ ਗੱਲਬਾਤ ਸੁਣੋ ਤੇ ਇਸ ਤਰ੍ਹਾਂ ਲੱਗਦਾ ਹੈ ਕਿ ਕੋਈ ਬਹੁਤ ਵੱਡਾ ਸਟੇਟਸਮੈਨ ਬੋਲ ਰਿਹਾ ਹੈ। ਉਰਦੂ ਦੀ ਸ਼ੇਰੋ ਸ਼ਾਇਰੀ ਹੈ ਤੇ ਅੰਗਰੇਜ਼ੀ ਦੀਆਂ ਕੋਟਸ ਆ ਰਹੀਆਂ ਨੇ ਤੇ ਦਵਾ ਦਵ ਬੋਲ ਰਹੇ ਨੇ ਜੀ। ਸੁਨੀਲ ਜਾਖੜ ਅਸਲ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ ਨੇ ਜੀ ਤੇ ਸਾਹਿਬ ਉਨੀ ਦੇਰ ਤੱਕ ਚੁੱਪ ਹੀ ਰਹੇ ਨੇ। ਕੋਈ ਬਹੁਤਾ ਉਹਨਾਂ ਨੇ ਪੰਜਾਬ ਦੀ ਜਾਂ ਪੰਜਾਬ ਕਾਂਗਰਸ ਦੇ ਵਿੱਚ ਚੱਲ ਰਹੇ ਅੰਦਰੂਨੀ ਮੁਸ਼ਕਲਾਂ ਦੀ ਉਹਨਾਂ ਨੇ ਗੱਲ ਨਹੀਂ ਕੀਤੀ ਜੀ। ਫਿਰ ਇੱਕ ਸਮਾਂ ਅਜਿਹਾ ਆ ਗਿਆ ਜਦੋਂ ਪੰਜਾਬ ਕਾਂਗਰਸ ਦੇ ਮੌਜੂਦਾ ਮੁੱਖ ਮੰਤਰੀ ਜਿਹੜੇ ਸੀ ਉਹਨਾਂ ਨੇ ਗੱਦੀ ਤੋਂ ਅਸਤੀਫਾ ਦੇ ਦਿੱਤਾ ਕਿਉਂਕਿ ਉਹ ਬਹੁਮਤ ਆਪਣਾ ਜਿਹੜਾ ਵਿਸ਼ਵਾਸ ਸੀ ਉਹ ਲੋਕਾਂ ਦੇ ਵਿੱਚ, ਪਾਰਟੀ ਮੈਂਬਰਾਂ ਦੇ ਵਿੱਚ ਗਵਾ ਚੁੱਕੇ ਸਨ ਜੀ। ਤੇ ਪਾਰਟੀ ਪ੍ਰਧਾਨ ਉਸ ਵੇਲੇ ਸੁਨੀਲ ਜਾਖੜ ਤੋਂ ਜਿਹੜਾ ਪਹਿਲਾਂ ਜਿਹੜਾ ਹੈ ਨਵਜੋਤ ਸਿੰਘ ਸਿੱਧੂ ਨੂੰ ਉਸ ਵੇਲੇ ਬਣਾਇਆ ਗਿਆ ਸੀ ਜੀ। ਨਵਜੋਤ ਸਿੰਘ ਸਿੱਧੂ ਪ੍ਰਧਾਨ ਤੇ ਭਾਵੇਂ ਬਣ ਗਏ ਸੀ, ਪਰ ਜਦੋਂ ਮੁੱਖ ਮੰਤਰੀ ਦੇ ਅਹੁਦੇ ਦਾ ਐਲਾਨ ਕਰਨ ਦੀ ਗੱਲ ਆਈ ਤਾਂ ਸੁਨੀਲ ਜਾਖੜ ਦਾ ਨਾਮ ਸਭ ਤੋਂ ਪਹਿਲਾਂ ਜਿਹੜਾ ਸੀ ਉਹ ਮੋਹਰੇ ਆ ਗਿਆ ਜੀ। ਲੱਡੂਆਂ ਦੇ ਡੱਬੇ ਵੀ ਕਹਿੰਦੇ ਚਲੇ ਗਏ, ਸਭ ਕੁਝ ਹੋ ਗਿਆ ਤੇ ਭੰਗੜੇ ਵੀ ਪੈਣੇ ਸ਼ੁਰੂ ਹੋ ਗਏ ਤੇ ਫਿਰ ਢੋਲ ਰੋਕਣਾ ਪੈ ਗਿਆ ਉਸ ਵੇਲੇ ਜਦੋਂ ਬੀਬੀ ਅੰਬਿਕਾ ਸੋਨੀ ਨੇ ਇਹ ਗੱਲ ਕਹਿ ਦਿੱਤੀ ਕਿ ਪੰਜਾਬ ਦਾ ਮੁੱਖ ਮੰਤਰੀ ਇੱਕ ਸਿੱਖ ਚਿਹਰਾ ਹੀ ਹੋਣਾ ਚਾਹੀਦਾ ਜੀ। ਇਹ ਆਪਣੇ ਆਪ ਦੇ ਵਿੱਚ ਗਲਤ ਗੱਲ ਹੈ, ਠੀਕ ਗੱਲ ਹੈ, ਕਾਂਗਰਸ ਵਾਲੇ ਜਾਣਦੇ ਨੇ। ਮੈਂ ਸਮਝਦਾ ਕਿ ਇਸ ਗੱਲ ਦੀ ਕੋਈ ਬਹੁਤੀ ਅਹਿਮੀਅਤ ਨਹੀਂ ਸੀ, ਉਹਨਾਂ ਨੂੰ ਕਰਨ ਦੀ ਲੋੜ ਨਹੀਂ ਸੀ ਉਹਨਾਂ ਦੇ, ਪਰ ਕਾਂਗਰਸ ਪਾਰਟੀ ਨੇ ਇੱਕ ਕਿਸਮ ਦੀ ਆਪਣੀ ਜਿਹੜੀ ਹੈ ਇੱਕ ਮਾਨਸਿਕ ਜਿਹੜੀ ਹੈ ਇੱਕ ਸਥਿਤੀ ਜਿਹੜੀ ਹੈ ਉਸ ਨੂੰ ਬਿਆਨ ਕੀਤਾ ਜੀ। ਬਿਲਕੁਲ, ਕਿਉਂਕਿ ਜ਼ਿਆਦਾ ਇਸੇ ਚੀਜ਼ ਨੂੰ ਵੇਖਦੇ ਸਨ ਕਿ ਅਸੀਂ ਹੁਣ ਕਿਵੇਂ ਵੇਟੇਜ ਕਿਵੇਂ ਹਾਸਲ ਕਰਨੀ ਹੈ ਜੀ। ਉਹ ਨਾਮ ਘੁੰਮਦਾ ਘੁੰਮਾਉਂਦਾ ਸੁਖਜਿੰਦਰ ਰੰਧਾਵਾ ਤੇ ਹੋਰ ਕਈਆਂ ਤੋਂ ਘੁੰਮਦਾ ਘੁੰਮਾਉਂਦਾ ਚਰਨਜੀਤ ਸਿੰਘ ਚੰਨੀ ਤੇ ਗੁਣਾ ਪੈ ਗਿਆ ਜੀ। ਉਸ ਗੱਲ ਦਾ ਗੁੱਸਾ ਜਿਹੜਾ ਹੈ ਉਹ ਅਜੇ ਤੱਕ ਸੁਨੀਲ ਜਾਖੜ ਨੂੰ ਜਿਹੜਾ ਬਹੁਤ ਜ਼ਿਆਦਾ, ਉਹ ਇਸ ਗੱਲ ਨੂੰ ਭੁੱਲ ਨਹੀਂ ਰਹੇ ਕਿ ਕਿਵੇਂ ਮੁੱਖ ਮੰਤਰੀ ਦੀ ਕੁਰਸੀ ਮੇਰੇ ਪੈਰਾਂ ਦੇ ਥੱਲੇ ਜਿਹੜੀ ਸੀ ਇੱਕ ਵਾਰੀ ਖਿਸਕਾ ਦਿੱਤੀ ਗਈ ਤੇ ਮੈਂ ਉਸ ਤੇ ਬੈਠਣ ਕਿਉਂ ਨਾ ਦਿੱਤਾ ਗਿਆ। ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਬੀਬੀ ਅੰਬਿਕਾ ਸੋਨੀ ਤੇ ਗੁੱਸਾ ਝਾੜਿਆ ਤੇ ਚੋਣਾਂ ਵਿੱਚ ਹਿੱਸਾ ਵੀ ਨਹੀਂ ਲਿਆ ਕਿ ਮੈਂ ਹੁਣ ਰਿਟਾਇਰ ਹਾਂ, ਸੈਮੀ ਰਿਟਾਇਰ ਹਾਂ, ਸਭ ਕੁਝ ਹੈ। ਚਲੋ ਠੀਕ ਹੈ, ਮਰਜ਼ੀ ਹੈ ਉਹਨਾਂ ਦੀ, ਪਰ ਉਹਨਾਂ ਨੇ ਪਰਿਵਾਰ ਦੇ ਵਿੱਚੋਂ ਇੱਕ ਵਿਅਕਤੀ ਨੂੰ ਅਹੁਦੇ ਤੇ ਬਿਠਾਇਆ ਵੀ। ਹੁਣ ਅੱਗੇ ਚੱਲਦੇ ਹਾਂ।
ਸੁਨੀਲ ਜਾਖੜ ਉਸ ਤੋਂ ਬਾਅਦ ਕਦੇ ਨਾ ਕਦੇ ਹਫ਼ਤੇ 2 ਹਫ਼ਤਿਆਂ ਬਾਅਦ ਕੋਈ ਨਾ ਕੋਈ ਟਵੀਟ ਕੋਈ ਬਿਆਨ ਦੇ ਦਿੰਦੇ ਨੇ ਜਿਸ ਦੇ ਵਿੱਚ ਉਹ ਕਿਸੇ ਦੇ ਗਲ ਜਿਹੜਾ ਉਹ ਹਾਰ ਪਾ ਦਿੰਦੇ ਨੇ ਕਿ ਲੈ ਭਾਈ ਤੇਰੇ ਲਈ ਮੇਰੇ ਆਹ ਵਿਚਾਰ ਨੇ। ਨਵਜੋਤ ਸਿੰਘ ਸਿੱਧੂ ਬਾਰੇ ਵੀ, ਅੰਬਿਕਾ ਸੋਨੀ ਬਾਰੇ ਤੇ ਬਹੁਤ ਜ਼ਿਆਦਾ, ਕਿਉਂਕਿ ਉਹ ਕਹਿੰਦੇ ਸਮਝਦੇ ਨੇ ਕਿ ਅੰਬਿਕਾ ਸੋਨੀ ਉਹ ਇਨਸਾਨ ਹੈ ਜਿਸ ਨੇ ਮੈਨੂੰ ਮੁੱਖ ਮੰਤਰੀ ਦੀ ਕੁਰਸੀ ਤੇ ਬਹਿਣ ਨਹੀਂ ਦਿੱਤਾ। ਤੇ ਚਰਨਜੀਤ ਸਿੰਘ ਚੰਨੀ ਦੁਆਲੇ ਵੀ ਪਿੱਛੇ ਜੇ ਕਹਿੰਦੇ ਸੀ ਕਿ ਜਦੋਂ ਰਾਹੁਲ ਗਾਂਧੀ ਨੇ ਜਾਂ ਹੋਰਨਾਂ ਨੇ ਕਿਹਾ ਸੀ ਕਿ ਸਾਡੇ ਲਈ ਬਹੁਤ ਵੱਡਾ ਐਸੈਟ ਹੈ ਪੰਜਾਬ ਦੇ ਵਿੱਚ ਚਰਨਜੀਤ ਸਿੰਘ ਚੰਨੀ, ਉਹ ਕਹਿੰਦੇ ਸ਼ੁਕਰ ਹੈ ਕਿਤੇ ਨੈਸ਼ਨਲ ਐਸੈਟ ਨਹੀਂ ਇਸ ਨੂੰ ਐਲਾਨ ਦਿੱਤਾ, ਇੰਨੀ ਵਧੀਆ ਚੀਜ਼ ਲੱਭੀ ਸੀ, ਗੋਣੀ ਨਹੀਂ ਸੀ ਚਾਹੀਦੀ। ਤੇ ਹੁਣ ਉਹਨਾਂ ਨੇ ਫਿਰ ਟਵਿੱਟਰ ਦਾ ਸਹਾਰਾ ਲੈਂਦੇ ਹੋਏ ਕੁਝ ਗੱਲਾਂ ਕੀਤੀਆਂ ਤੇ ਕੁਝ ਵੈਸੇ ਬਿਆਨ ਦੇ ਦਿੱਤੇ ਨੇ। ਇੱਕ ਜਗ੍ਹਾ ਤੇ ਇੱਕ ਪੋਸਟਰ ਜਿਹੜਾ ਹੈ ਉਹਨਾਂ ਨੇ ਚੰਡੀਗੜ੍ਹ ਨੂੰ ਲੈ ਕੇ ਜਿਹੜਾ ਹੈ ਉਹ ਜਾਰੀ ਕੀਤਾ ਕਿ ਚੰਡੀਗੜ੍ਹ ਦੇ ਮੁੱਦੇ ਤੇ 2 ਬਿੱਲੀਆਂ ਦੀ ਲੜਾਈ ਤੇ ਇੱਕ ਬਾਂਦਰ ਜਿਹੜਾ ਹੈ ਉਹ ਜਿਹੜਾ ਉਸ ਦੇ ਵਿੱਚੋਂ ਖਾ ਗਿਆ। ਪੰਜਾਬ ਨੂੰ ਤੇ ਹਰਿਆਣੇ ਨੂੰ ਬਿੱਲੀਆਂ ਦੱਸ ਰਿਹਾ ਤੇ ਬਾਂਦਰ ਪਤਾ ਨਹੀਂ ਕਿਹਨੂੰ ਦੱਸ ਰਿਹਾ। ਇਸ ਮਾਮਲੇ ਤੇ ਵੀ ਉਹਨਾਂ ਨੂੰ ਸਫਾਈ ਦੇਣੀ ਪੈ ਰਹੀ ਹੈ। ਦੂਸਰਾ ਉਹਨਾਂ ਨੇ ਇਹ ਕਹਿ ਦਿੱਤਾ ਕਿ ਜੋ ਲੋਕ ਜਿਹੜੇ ਸੀ, ਮੈਂ ਹੁਣ ਲਫ਼ਜ਼ ਨਹੀਂ ਵਰਤਣਾ ਚਾਹੁੰਦਾ, ਤੇ ਉਹ ਇੱਥੇ ਰਹਿਣ ਦੇ ਕਾਬਲ ਸਨ, ਉਹਨਾਂ ਨੂੰ ਸਿਰ ਤੇ ਬਿਠਾ ਲਿਆ। ਹੁਣ ਉਹ ਸਿੱਧਾ ਇਸ਼ਾਰਾ ਜਿਹੜਾ ਹੈ ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਵੱਲ ਕਰ ਰਹੇ ਨੇ। ਪਰ ਉਹਨਾਂ ਨੇ ਕਿਹਾ ਕਿ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਤੇ ਅੱਜ ਸਾਹਿਬ ਸਫਾਈਆਂ ਦਿੰਦੇ ਫਿਰ ਰਹੇ ਨੇ ਕਿ ਨਹੀਂ ਮੈਂ ਇਸ ਤਰ੍ਹਾਂ ਨਹੀਂ ਸੀ ਆਖਿਆ, ਮੈਂ ਤੇ ਪਿਛੜੇ ਵਰਗ ਲਈ, ਦਲਿਤ ਭਾਈਚਾਰੇ ਲਈ ਬਹੁਤ ਜ਼ਿਆਦਾ ਮੇਰਾ ਸਤਿਕਾਰ ਹੈ, ਮੈਂ ਲੜਦਾ ਰਿਹਾ ਇਹਨਾਂ ਦੇ ਹੱਕਾਂ ਲਈ। ਚਲੋ ਸਪਸ਼ਟੀਕਰਨ ਦੇਣੇ ਪਏ ਤੇ ਮੈਂ ਸਮਝਦਾ ਕਿ ਉਹਨਾਂ ਦਾ ਥੋੜਾ ਜਿਹਾ ਹੁਣ ਟਿਕ ਟਿਕਾ ਵੀ ਉਹਨਾਂ ਨੂੰ ਕਰ ਲੈਣਾ ਚਾਹੀਦਾ ਹੈ। ਮੁੱਖ ਮੰਤਰੀ ਦੀ ਕੁਰਸੀ ਇੱਕ ਨਹੀਂ, ਸੁਨੀਲ ਜਾਖੜ ਹੋਰ ਵੀ ਕਈ ਇੱਥੇ ਹਨ ਜਿਨ੍ਹਾਂ ਦੇ ਕੋਲੋਂ ਆਉਂਦਿਆਂ ਖਿਸਕ ਜਾਂਦੀ ਹੈ। ਸੁਖਬੀਰ ਬਾਦਲ ਨੂੰ ਵੀ ਅਕਾਲੀ ਦਲ ਦੇ ਆਗੂ ਬਣਿਆ ਨੂੰ 52 ਸਾਲ ਹੋ ਗਏ ਨੇ ਤੇ ਪ੍ਰਕਾਸ਼ ਸਿੰਘ ਬਾਦਲ 2 ਵਾਰੀ ਮੁੱਖ ਮੰਤਰੀ ਰਹਿ ਗਏ ਨੇ ਤੇ ਸੁਖਬੀਰ ਬਾਦਲ ਅਜੇ ਉਡੀਕੀ ਜਾ ਰਹੇ ਨੇ ਕਿ ਕਦੋਂ ਮੇਰੀ ਵਾਰੀ ਆਉਣੀ ਹੈ। ਤੇ ਜਿਵੇਂ ਲਾਲ ਕ੍ਰਿਸ਼ਨ ਅਡਵਾਨੀ ਭਾਜਪਾ ਦੇ ਇੰਨੇ ਲੰਬੇ ਸਮੇਂ ਤੋਂ ਪ੍ਰਧਾਨ ਰਹੇ ਕੇਂਦਰ ਦੇ ਵਿੱਚ, ਤੇ ਉਹਨਾਂ ਨੂੰ ਬੀਜੇਪੀ ਵਾਲੇ ਇਹ ਕਹਿ ਕੇ ਪ੍ਰਚਾਰ ਕਰਦੇ ਸੀ PM ਇਨ ਵੇਟਿੰਗ ਕਿ ਇਹ ਅਗਲੇ PM ਬਣਨ ਵਾਲੇ ਨੇ ਤੇ PM ਇਹਨਾਂ ਦੀ ਉਡੀਕ ਕਰੋ ਵੀ ਅਗਲੇ PM ਇਨ ਵੇਟਿੰਗ ਉਡੀਕ ਕਰ ਰਿਹਾ ਜਿਹੜੇ ਪ੍ਰਧਾਨ ਮੰਤਰੀ ਨੇ। ਤੇ ਕਾਂਗਰਸ ਵਾਲੇ ਕਹਿੰਦੇ ਸੀ ਹੀ ਵਿਲ ਕੀਪ ਵੇਟਿੰਗ, ਵੀ ਉਡੀਕ ਕਰਦੇ ਰਹਿ ਜਾਣਗੇ। ਸੋ ਇੰਨੀ ਵੱਡੀ ਕੋਈ ਗੱਲ ਨਹੀਂ ਹੈ। ਜਾਖੜ ਸਾਹਿਬ ਥੋੜਾ ਜਿਹਾ ਲਫ਼ਜ਼ਾਂ ਨੂੰ ਸੰਭਾਲੋ। ਕਾਂਗਰਸ ਦੀ ਅੰਦਰੂਨੀ ਲੜਾਈ ਤੇ ਕਾਂਗਰਸ ਦੀਆਂ ਸਮੱਸਿਆਵਾਂ ਬਹੁਤ ਚੰਗਾ ਹੁੰਦਾ ਤੁਸੀਂ ਖੁੱਲ੍ਹ ਕੇ ਉਸ ਦਿਨ ਜ਼ਾਹਰ ਕਰਦੇ ਜਿੱਦਣ ਤੁਸੀਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੋ ਤੇ ਪੰਜਾਬ ਦੇ ਲੋਕਾਂ ਦੇ ਵੀ ਕੁਝ ਪੱਲੇ ਪੈਂਦਾ ਤੇ ਸਾਨੂੰ ਵੀ ਪਤਾ ਲੱਗਦਾ ਵੀ ਕੀ ਸਾਡੇ ਨਾਲ ਗਲਤ ਹੋ ਰਿਹਾ। ਫਿਰ ਉਹ ਲੱਗਦਾ ਕਿ ਸਟੇਟਸਮੈਨ ਹਨ ਤੇ ਫਿਰ ਉਹ ਜਿਹੜੀਆਂ ਇਸ ਵੇਲੇ ਸਿਰਫ ਪੜਾਸ ਕੱਢ ਰਹੇ ਨੇ। ਬਿਲਕੁਲ, ਬੰਦੇ ਨੂੰ ਅੱਗੇ ਵੱਧ ਜਾਣਾ ਚਾਹੀਦਾ। ਜੇ ਮੌਕਾ ਨਹੀਂ ਮਿਲਿਆ ਤੇ ਕੋਈ ਗੱਲ ਨਹੀਂ, ਜਿੰਨਾ ਕੁਝ ਤੁਹਾਨੂੰ ਮਿਲਿਆ ਉਹ ਵੀ ਘੱਟ ਨਹੀਂ ਹੈਗਾ। ਤੁਸੀਂ ਉਹਦੇ ਤੇ ਜਿੰਨਾ ਦੇ ਸਕੇ ਆ ਵਾਪਸ ਆਪਣੇ ਸਟੇਟ ਨੂੰ, ਆਪਣੇ ਜ਼ਿਲ੍ਹੇ ਨੂੰ, ਆਪਣੇ ਹਲਕੇ ਨੂੰ, ਉਹਨਾਂ ਵੀ ਕਾਫੀ ਆਪਣੇ ਆਪ ਵਿੱਚ। ਸਮਾਂ ਕਾਫੀ ਹੋ ਗਿਆ ਪ੍ਰੋਗਰਾਮ ਵਿਚਾਰ ਚਰਚਾ ਵਿੱਚ ਤੇ ਹੁਣ ਅਸੀਂ ਲੈਨੇ ਆ ਇਜਾਜ਼ਤ ਤੇ ਫਿਰ ਕਦੇ ਕਰਾਂਗੇ ਹੋਰ ਵਿਚਾਰਾਂ ਤੇ ਚਰਚਾ। ਤਦ ਤੱਕ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।